ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀ, ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤ ਸੰਗਤ ਦੀ ਘੜੀ ਬਖਸ਼ੀ। ਸੋ ਅੱਜ ਐਤਵਾਰ ਆ, ਜਨਵਰੀ ਦੀ 3 ਤਰੀਕ 2021 ਅਤੇ ਅੱਜ ਦਾ ਜੋ ਹਰੇਕ ਐਤਵਾਰ ਅਸੀਂ ਕਰਦੇ ਹਾਂ ਪ੍ਰੋਗਰਾਮ, ਜੋ ਪੋਡਕਾਸਟ ਦੇ ਰੂਪ ਦੇ ਵਿੱਚ ਹੁੰਦਾ ਆ, ਨਾਲ ਗੁਰਬਾਣੀ ਦੀ ਟੌਪਿਕ ਲੈ ਕੇ ਗੁਰਬਾਣੀ ਦੇ ਵਿਚਾਰ ਕਰਾਂਗੇ। ਅਤੇ ਜੇਕਰ ਕਿਸੇ ਗੁਰਮੁਖ ਦਾ ਕੋਈ ਸਵਾਲ ਹੋਇਆ, ਤੁਸੀਂ ਫੋਨ ਕਰ ਸਕਦੇ ਆ ਜਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਆ, ਜਾਂ ਜਿਹੜੇ ਕਾਮੈਂਟਸ ਹੈਗੇ YouTube 'ਤੇ, ਉੱਥੇ ਤੁਸੀਂ ਆਪਣਾ ਸਵਾਲ ਕੋਈ ਪਾ ਸਕਦੇ ਆ ਜੋ ਗੁਰਮਤਿ ਰਿਲੇਟਡ ਹੋਵੇ। ਅਤੇ ਫ਼ੋਨ ਨੰਬਰ ਹੈਗਾ 780 710 4609। ਮੂਹਰੇ ਲੱਗਦਾ ਆ ਕੋਡ, ਕੰਟਰੀ ਕੋਡ 001। ਸੋ ਦੈਟਸ 001 780 710 4609। ਆਓ ਅਸੀਂ ਹੁਣ ਸੁਖਵਿੰਦਰ ਕੌਰ ਪਾਸੋਂ ਅੱਜ ਦੀ ਟੌਪਿਕ ਸਰਵਣ ਕਰਦੇ ਹਾਂ। ਗੁਰਬਾਣੀ ਦੇ ਵਿੱਚ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਆ ਨਾਮ ਬਾਰੇ, ਸੱਚ ਬਾਰੇ, ਪਰਮਾਤਮਾ ਬਾਰੇ, ਆਤਮਾ ਬਾਰੇ, ਮਨ ਬਾਰੇ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਆਪਾਂ ਖੋਜਣਾ ਹੈ, ਅਤੇ ਮਹਾਰਾਜ ਕਹਿੰਦੇ ਆ ਪੜ੍ਹਨਾ ਵੀ ਆ, ਸੁਣਨਾ ਵੀ ਆ ਅਤੇ ਕਮਾਉਣਾ ਵੀ ਆ। ਹੁਣ ਸੁਖਮਨੀ ਸਾਹਿਬ ਦਾ ਜਦੋਂ ਆਪਾਂ ਪਾਠ ਕਰਦੇ ਹਾਂ, ਗੁਰੂ ਸਾਹਿਬ ਨੇ ਆਪਾਂ ਨੂੰ ਸੁਖਮਨੀ ਸਾਹਿਬ ਦੇ ਵਿੱਚ ਗਿਆਨ ਦਿੱਤਾ ਆ ਕਿ ਸਾਰਿਆਂ ਧਰਮਾਂ ਨਾਲੋਂ ਸ੍ਰੇਸ਼ਟ ਧਰਮ ਜਿਹੜਾ ਹੈਗਾ ਆ ਉਹ ਹਰੀ ਦਾ ਨਾਮ ਜਪਣਾ। ਜੋ ਹੁਣ ਆਪਾਂ ਨਾਮ ਜਪ ਰਹੇ ਸੀ, ਜੋ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ 'ਚ ਭੇਜ ਦਿੱਤਾ। ਮਹਾਰਾਜ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਜਦੋਂ ਅਸੀਂ ਹਰੀ ਦਾ ਨਾਮ ਜਪਦੇ ਹਾਂ, ਮਹਾਰਾਜ ਕਹਿੰਦੇ ਸਾਰਿਆਂ ਧਰਮਾਂ ਨਾਲੋਂ ਇਹ ਸ੍ਰੇਸ਼ਟ ਧਰਮ ਆ। ਫਿਰ ਆਪਾਂ ਨੂੰ ਮਹਾਰਾਜ ਨੇ ਦੱਸਿਆ ਆ ਕਿ ਜਦੋਂ ਆਪਾਂ ਪਾਠ ਕਰਦੇ ਹਾਂ, ਪਾਠ ਦੇ ਵਿੱਚ ਅਸੀਂ ਮੁੱਝਣਾ ਹੁੰਦਾ, ਜੋ ਸਾਨੂੰ ਗੁਰਬਾਣੀ ਵਿੱਚ ਸੋਝੀ ਦਿੱਤੀ ਮਹਾਰਾਜ ਨੇ ਸੁਖਮਨੀ ਸਾਹਿਬ 'ਚ ਸਾਨੂੰ ਸਮਝਾਇਆ ਆ ਕਿ ਸੁੱਖਾਂ ਦੀ ਮਣੀ ਆ। ਅਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਸੁਖਮਨੀ ਸੁਖ ਅੰਮ੍ਰਿਤ, ਕਿ ਅੰਮ੍ਰਿਤ ਕਿਆ ਆ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ। ਕਿ ਸੁਖਮਨੀ ਸਾਹਿਬ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਪਰਮਾਤਮਾ ਬਾਰੇ, ਸਿਮਰਨ ਦੀ ਮਹੱਤਤਾ ਦੱਸੀ ਆ, ਨਾਮ ਬਾਰੇ ਦੱਸਿਆ ਆ, ਨਾਮ ਕਿੱਥੇ ਆ? ਜਿਸ ਨਾਮ ਨੂੰ ਸੁਣ ਕੇ, ਜਿਸ ਨਾਮ ਵਿੱਚ ਸਮਾ ਕੇ ਸਾਡਾ ਜਿਹੜਾ ਜਨਮ ਮਰਨ ਖੰਡਨ ਹੋਣਾ ਆ, ਨਾਮ ਬਾਰੇ ਭੇਦ ਦਿੱਤਾ ਆ। ਨਾਮ ਕਿੱਥੇ ਆ ਉਹ ਦੱਸਿਆ ਆ, ਕਿਵੇਂ ਨਾਮ ਦੁਆਰਾ ਇਹ ਖੰਡ ਬ੍ਰਹਿਮੰਡ ਤਿਆਰ ਹੋਏ, ਇਹ ਸਾਰਾ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਸਾਨੂੰ ਦੱਸਿਆ। ਜਿਵੇਂ ਜਿਵੇਂ ਆਪਾਂ ਫਿਰ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਫਿਰ ਅਸੀਂ ਉਸ ਦੀ ਖੋਜ ਕਰੀ ਜਾਣੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਸਮਝਾਇਆ। ਅਤੇ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਨਾਮ ਬਾਰੇ ਕਿ ਨਾਮ ਸਾਡਾ ਉੱਥੇ ਸਹਾਈ ਹੁੰਦਾ ਆ ਜਿੱਥੇ ਕੋਈ ਵੀ ਦੁਨੀਆ ਦੀ ਚੀਜ਼ ਸਹਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਮਾਤਾ ਪਿਤਾ ਵੀ ਸਹਾਈ ਨਹੀਂ ਹੁੰਦੇ। ਫਿਰ ਜਮਾਂ ਬਾਰੇ ਦੱਸਿਆ ਆ, ਧਰਮ ਰਾਏ ਬਾਰੇ ਦੱਸਿਆ, ਚਿੱਤਰਗੁਪਤ ਬਾਰੇ ਸੁਖਮਨੀ ਸਾਹਿਬ 'ਚ ਦੱਸਿਆ ਆ, ਮਾਇਆ ਬਾਰੇ ਦੱਸਿਆ ਹੈ ਕਿ ਜਿਹੜਾ ਮਹਾਰਾਜ ਨੇ ਇੱਕ ਖੇਲ ਬਣਾਇਆ ਹੈ, ਇਹ ਮਾਇਆ ਦੁਆਰਾ ਤਿਆਰ ਕੀਤਾ ਹੈ। ਇਹ ਸਰਗੁਣ ਨਿਰਗੁਣ ਸਾਰਾ ਭੇਦ ਸਾਨੂੰ ਦਿੱਤਾ ਹੈ ਕਿ ਇਹ ਸਾਰਾ ਖੇਲ ਕਰਨ ਵਾਲਾ ਕੌਣ ਆ? ਜੋ ਪਰਮਾਤਮਾ ਆ, ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਪਰ ਉਹਨੂੰ ਜਾਣਿਆ ਵੀ ਜਾ ਸਕਦਾ ਆ, ਪਰਮਾਤਮਾ ਨੂੰ ਮਿਲਿਆ ਵੀ ਜਾ ਸਕਦਾ ਆ, ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ। ਇਹ ਆਪਾਂ ਨੂੰ ਭੇਦ ਦਿੱਤਾ, ਜਿਨ੍ਹਾਂ 'ਤੇ ਮਹਾਰਾਜ ਕਿਰਪਾ ਕਰਦੇ ਆ, ਉਹਨਾਂ ਨੂੰ ਆਪਣਾ ਜਨਾ ਦਿੰਦੇ ਆ। ਫਿਰ ਮਹਾਰਾਜ ਨੇ ਦੱਸਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਰੇ, ਅਸੀਂ ਕਿਹੜੀ ਜੁਗਤ ਅਪਣਾ ਲਈ ਆ। ਇਹ ਪੰਜਾਂ ਦਾ ਸਾਥ ਲੈ ਲਿਆ ਆ ਜਿਹਦੇ ਨਾਲ ਅਸੀਂ ਜਨਮ ਮਰਨ ਵਿੱਚ ਪੈ ਜਾਂਦੇ ਹਾਂ। ਜੇ ਸੁਖਮਨੀ ਸਾਹਿਬ ਮਹਾਰਾਜ ਸਮਝਾਉਂਦੇ ਆਪਾਂ ਨੂੰ ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਂ ਲੋਭ, ਧ੍ਰਿਓ, ਇਆਹੂ ਜੁਗਤ ਬਿਹਾਨੇ ਕਈ ਜਨਮ। ਹੁਣ ਗੁਰਬਾਣੀ 'ਚ ਮਹਾਰਾਜ ਨੇ ਆਪਾਂ ਨੂੰ ਜੁਗਤੀ ਬਾਰੇ ਸਮਝਾਇਆ ਹੈ ਕਿ ਇੱਕ ਅਸੀਂ ਜੁਗਤੀ ਅਪਣਾਉਣੇ ਆ ਜਿਹਦੇ ਨਾਲ ਅਸੀਂ ਮਾਲਕ ਨਾਲ ਮਿਲਾਪ ਕਰ ਲੈਂਦੇ ਹਾਂ, ਜਿਹਦੇ ਨਾਲ ਅਸੀਂ ਤਨ ਦੀ ਖੋਜ ਕਰ ਲੈਂਦੇ ਹਾਂ। ਮਹਾਰਾਜ ਕਹਿੰਦੇ ਸੁਣੀਏ ਯੋਗ ਜੁਗਤ ਤਨ ਭੇਦ, ਕਿ ਜੁਗਤੀ ਦੁਆਰਾ ਅਸੀਂ ਕਿਵੇਂ ਤਨ ਦਾ
ਭੇਦ ਲੈਣਾ ਤੇ ਕਿਵੇਂ ਜੁਗਤੀ ਦੁਆਰਾ ਪਰਮਾਤਮਾ ਨਾਲ ਜੁੜਨਾ। ਫਿਰ ਆਪਾਂ ਨੂੰ ਦੱਸਿਆ ਆ ਸੁਖਮਨੀ ਸਾਹਿਬ 'ਚ ਕਿ ਅਸੀਂ ਕਿਹੜੀ ਜੁਗਤੀ ਅਪਣਾ ਲੈਂਦੇ ਹਾਂ ਕਿ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਆ ਜਾਂਦੇ। ਅਤੇ ਮਹਾਰਾਜ ਨੇ ਕਿਹਾ ਬੈਰ ਵਿਰੋਧ ਕਾਮ ਕ੍ਰੋਧ ਮੋਹ, ਜਦੋਂ ਮਨ ਸਾਡਾ ਇਹਨਾਂ 'ਚ ਫਸ ਜਾਂਦਾ ਹੈ, ਝੂਠ ਵਿਕਾਰ ਮਹਾਂ ਲੋਭ ਧਰੋ, ਮਹਾਰਾਜ ਕਹਿੰਦੇ ਯਾਹੂ ਜੁਗਤ, ਇਹੀ ਜੁਗਤੀ ਦੁਆਰਾ ਬਿਹਾਨੇ ਕਈ ਜਨਮ, ਕਿ ਵਾਰ ਵਾਰ ਜਨਮ ਮਰਨ ਦੇ ਚੱਕਰ ਵਿੱਚ ਅਸੀਂ ਆ ਜਾਂਦੇ, ਜਨਮਾਂ 'ਚ ਮਰਨ ਵਿੱਚ ਪੈ ਜਾਂਦੇ। ਫਿਰ ਸਾਨੂੰ ਸਮਝਾਇਆ ਆ ਕਿ ਕਿਵੇਂ ਨਾਮ ਦੁਆਰਾ ਸਾਡੀ ਪੱਤ ਰਹਿਣੀ ਹੈ ਅਤੇ ਨਾਮ ਤੋਂ ਬਿਨਾਂ ਸਾਡੀ ਕਿਵੇਂ ਪੱਤ ਜਾਂਦੀ ਹੈ, ਕਿਵੇਂ ਇੱਜ਼ਤ ਚਲੀ ਜਾਂਦੀ ਹੈ। ਫਿਰ ਮਹਾਰਾਜ ਨੇ ਸਾਨੂੰ ਇਹ ਦੱਸਿਆ ਕਿ ਸਾਰਾ ਇਹ ਪਸਾਰਾ ਝੂਠ ਆ, ਜੋ ਵੀ ਅਸੀਂ ਦੇਖ ਰਹੇ ਹਾਂ, ਅਤੇ ਉਹ ਝੂਠ ਨੂੰ ਮਿਥਿਆ ਕਿਹਾ ਆ। ਫਿਰ ਦੱਸਿਆ ਕਿਵੇਂ ਪੰਜਾਂ ਤੱਤਾਂ ਨੂੰ ਪਾਰ ਕਰਨਾ। ਇਹ ਸਾਰਾ ਸੁਖਮਨੀ ਸਾਹਿਬ ਸਾਨੂੰ ਸਮਝਾਇਆ। ਜਦੋਂ ਅਸੀਂ ਪਾਠ ਕਰਾਂਗੇ, ਫਿਰ ਜਿਵੇਂ ਜਿਵੇਂ ਅਸੀਂ ਪ੍ਰੈਕਟੀਕਲ ਕਰਦੇ ਜਾਵਾਂਗੇ, ਜੋ ਗੁਰੂ ਸਾਹਿਬ ਨੇ ਦੱਸਿਆ, ਫਿਰ ਸਾਨੂੰ ਸੋਝੀ ਆਉਂਦੀ। ਫਿਰ ਉਹਨਾਂ ਨੇ ਦੱਸਿਆ ਕਿ ਕਿਵੇਂ ਇਹ 5 ਤੱਤਾਂ ਦਾ ਸਰੀਰ ਬਣਿਆ ਹੋਇਆ ਹੈ, ਇਹਨਾਂ 5 ਤੱਤਾਂ ਨੂੰ ਕਿਵੇਂ ਪਾਰ ਕਰਨਾ ਹੈ। ਫਿਰ ਦੱਸਿਆ ਆ ਕਿ ਸਾਧੂ ਸੰਤ ਭਗਤ ਬ੍ਰਹਮ ਗਿਆਨੀ ਅਤੇ ਸਾਧੂ ਦੇ ਸੰਗ ਦਾ ਕੀ ਫਲ ਆ। ਮਹਾਰਾਜ ਕਹਿੰਦੇ ਸਾਧ ਕੇ ਸੰਗ ਸਭ ਕੁੱਲ ਉਧਾਰੇ, ਕਹਿੰਦੇ ਕਿ ਜਦੋਂ ਸਾਧੂ ਦਾ ਸੰਗ ਅਸੀਂ ਕਰਦੇ ਹਾਂ, ਅਸੀਂ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਹਾਂ। ਹੁਣ ਉਹ ਸਾਧੂ ਜਿਹੜੇ ਸਾਨੂੰ ਅਚਰਜ ਕਥਾ ਸੁਣਾਉਂਦੇ ਆ, ਸਾਧੂ ਕੌਣ ਆ, ਉਸ ਦਾ ਵੀ ਗੁਰਬਾਣੀ ਵਿੱਚ ਸਾਨੂੰ ਭੇਦ ਦਿੱਤਾ। ਫਿਰ ਸਾਧੂ ਕਿਸ ਅਵਸਥਾ 'ਤੇ ਬੈਠ ਕੇ ਉਹ ਵਿਚਾਰ ਕਰਦੇ ਆ, ਉਸ ਦਾ ਸਾਨੂੰ ਭੇਦ ਦਿੱਤਾ। ਮਹਾਰਾਜ ਕਹਿੰਦੇ ਅਗੰਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ, ਕਿ ਉਹ ਸਾਨੂੰ ਅਚਰਜ ਕਥਾ ਸੁਣਾਉਂਦੇ ਆ। ਉਹ ਕੀ ਸਾਨੂੰ ਸਮਝਾਉਂਦੇ ਆ, ਅਦ੍ਰਿਸ਼ਟ ਪਰਮਾਤਮਾ ਬਾਰੇ, ਅਗੋਚਰ ਜੋ ਗਿਆਨ ਇੰਦਰੀਆਂ ਦੀ ਸਾਡੀ ਪਹੁੰਚ ਤੋਂ ਬਾਹਰ ਆ ਮਾਲਕ, ਉਸ ਬਾਰੇ ਸਾਨੂੰ ਸਮਝਾਉਂਦੇ ਆ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਤ ਕਥਾਇਆ ਤਾ, ਉੱਥੇ ਬਾਰੇ ਸਾਨੂੰ ਭੇਦ ਦਿੰਦੇ ਆ ਕਿ ਕਿਵੇਂ ਅਨਹਦ ਸ਼ਬਦ ਵੱਜਦੇ 10ਵੇਂ ਦੁਆਰ ਵਿੱਚ, ਕਿਵੇਂ ਅੰਮ੍ਰਿਤ ਆਉਂਦਾ ਆ, ਉਹ ਸਾਰਾ ਭੇਦ ਫਿਰ ਸਾਨੂੰ ਸਾਧੂ ਜਨ ਦਿੰਦੇ। ਫਿਰ ਜਦੋਂ ਅਸੀਂ ਸਾਧੂ ਦਾ ਸੰਗ ਕਰਕੇ ਉਸ ਰਸਤੇ 'ਤੇ ਤੁਰ ਪੈਂਦੇ ਹਾਂ, ਨਾਮ ਦੀ ਕਮਾਈ ਕਰਦੇ ਹਾਂ, ਅਤੇ ਮਹਾਰਾਜ ਕਹਿੰਦੇ ਸਾਧੂ ਦੇ ਸੰਗ ਦਾ ਇਹੀ ਮਹੱਤਵ ਹੁੰਦਾ ਹੈ ਕਿ ਤੁਸੀਂ ਆਪ ਵੀ ਤਰ ਜਾਂਦੇ ਆ ਅਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦੇ ਆ। ਇਸੇ ਤਰ੍ਹਾਂ ਫਿਰ ਬ੍ਰਹਮ ਗਿਆਨੀ ਬਾਰੇ ਦੱਸਿਆ, ਸੰਤਾਂ ਬਾਰੇ ਦੱਸਿਆ ਕਿ ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੈ, ਉਹਨਾਂ ਦੇ ਅੰਦਰ ਹਮੇਸ਼ਾ ਪਰਮਾਤਮਾ ਵੱਸਦੇ, ਬ੍ਰਹਮ ਵਿੱਚ ਉਹਨਾਂ ਦਾ ਵਾਸਾ ਹੁੰਦਾ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਦੇ ਹਮੇਸ਼ਾ ਆਨੰਦ ਰਹਿੰਦਾ। ਉਹ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ। ਫਿਰ ਸੰਤਾਂ ਬਾਰੇ ਸਮਝਾਇਆ, ਫਿਰ ਸੰਤਾਂ ਦੀ ਕੀ ਡਿਊਟੀ ਉਹ ਦੱਸਿਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਕਿ ਕਿਵੇਂ ਆਪ ਵੀ ਜਪਣਾ ਅਤੇ ਦੂਜਿਆਂ ਨੂੰ ਵੀ ਜਪਾਉਣਾ। ਫਿਰ ਦੱਸਿਆ ਕਿ ਪਰਮਾਤਮਾ ਦੀ ਉਸਤਤ ਕਰਨੀ, ਕਿਵੇਂ ਉਸਤਤ ਕਰਨੀ ਕਿ ਤੁਹਾਡੀ ਜਿਹੜੀ ਰਸਨਾ ਆ, ਇਹਦੇ 'ਤੇ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਕਿ ਜਿਹੜੀ ਸਾਡੀ ਰਸਨਾ ਆ ਉਹ ਨਿਰਮਲ ਹੋ ਜਾਂਦੀ ਹੈ ਜਦੋਂ ਅਸੀਂ ਮਾਲਕ ਦੀ ਉਸਤਤ ਕਰਦੇ ਹਾਂ, ਅਤੇ ਇਸ ਰਸਨਾ 'ਤੇ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ। ਅਤੇ ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਨੈਣੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਕਹਿੰਦੇ ਕਿ ਜਦੋਂ ਫਿਰ ਸਾਧੂ ਦਾ ਸੰਗ ਹੋ ਜਾਂਦਾ, ਅਸੀਂ ਸੰਗਤ ਵਿੱਚ ਕਰਨ ਲੱਗ ਪੈਂਦੇ ਹਾਂ, ਫਿਰ ਜਿਹੜੇ ਤ੍ਰੈ ਗੁਣਾਂ ਦੇ ਸੰਗ ਬਿਨਸਣੇ ਸ਼ੁਰੂ ਹੋ ਜਾਂਦੇ, ਕਿਉਂਕਿ ਜਿਹੜੇ ਅਸੀਂ ਤ੍ਰੈ ਗੁਣਾਂ ਦੇ ਵਿੱਚ ਵਿਚਰਦੇ ਹਾਂ, ਜਿਹੜੀ ਸਾਡੀ ਆਦਤ ਆ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਕਰਮ ਨਾਲ ਬੱਝੇ, ਕਰਮ ਕਰਦਿਆਂ ਹੋਇਆਂ ਦੂਜਿਆਂ ਨਾਲ ਦੁਬਦਾ ਬੈਰ ਵਿਰੋਧ ਸ਼ੁਰੂ ਕਰ ਲੈਂਦੇ ਹਾਂ। ਅਤੇ ਮਹਾਰਾਜ ਕਹਿੰਦੇ ਆ ਜਿਹੜਾ ਫਿਰ ਦੂਜਿਆਂ ਨਾਲ ਬੈਰ ਵਿਰੋਧ ਅਸੀਂ ਕਰਦੇ ਹਾਂ, ਉਹ ਫਿਰ ਅਸੀਂ ਸਜ਼ਾ ਦੇ ਭਾਗੀਦਾਰ ਬਣ ਜਾਂਦੇ ਹਾਂ। ਅਤੇ ਆਪਾਂ ਨੂੰ ਮਹਾਰਾਜ ਨੇ ਦੱਸਿਆ ਆ ਕਿ ਦੂਜਿਆਂ ਦਾ ਬੁਰਾ ਜੇ ਅਸੀਂ ਰੱਖਦੇ ਮਨ 'ਚ, ਫਿਰ ਸਾਨੂੰ ਸੁੱਖ ਨਹੀਂ ਮਿਲਦਾ। ਤਾਂ ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਕਿ ਦੂਜਿਆਂ ਦਾ ਬੁਰਾ ਤੁਸੀਂ ਮਨ ਵਿੱਚ ਨਹੀਂ ਰੱਖਣਾ, ਅਤੇ ਜੇ ਦੂਜਿਆਂ ਦਾ ਬੁਰਾ ਨਹੀਂ ਰੱਖੋਗੇ ਫਿਰ ਸਾਨੂੰ ਦੁੱਖ ਨਹੀਂ ਹੋਊਗਾ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ,
ਇੱਦਾਂ ਹੀ ਫਿਰ ਜਦੋਂ ਧਰਮਰਾਏ ਦੀ ਗੱਲ ਆਉਂਦੀ ਆ, ਫਿਰ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਆਪਾਂ ਨੂੰ ਦੱਸਿਆ, ਕਹਿੰਦੇ ਜਦੋਂ ਸਾਡਾ ਮਨ ਧਾਤ ਦੇ ਰਸਤੇ ਤੇ ਚਲਾ ਜਾਂਦਾ, ਕਾਮ ਕ੍ਰੋਧ ਮੋਹ ਹੰਕਾਰ ਦਾ ਸਾਥ ਲੈਂਦਾ, ਜਦੋਂ ਅਸੀਂ ਮੋਹ ਦੇ ਵਿੱਚ ਫਸ ਜਾਂਦੇ ਆ, ਫਿਰ ਧਰਮਰਾਏ ਸਾਨੂੰ ਸਜ਼ਾ ਦਿੰਦਾ। ਮਹਾਰਾਜ ਕਹਿੰਦੇ ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਹੁਣ ਜਦੋਂ ਆਪਾਂ ਪਾਠ ਕਰਦੇ ਹਾਂ, ਇਹ ਸਾਰਾ ਅਕਥ ਕਹਾਣੀ ਗੁਰਬਾਣੀ ਵਿੱਚ ਜਿਹੜੀ ਸਾਨੂੰ ਸਮਝਾਈ ਆ, ਸੁਖਮਨੀ ਸਾਹਿਬ ਦੇ ਪਾਠ ਵਿੱਚ ਹੀ ਸਾਨੂੰ ਸਮਝਾਇਆ ਮਹਾਰਾਜ ਨੇ। ਸਾਸ ਗ੍ਰਾਸ ਸਿਮਰਨ ਕਰਨਾ, ਸਾਸ ਸਾਸ ਸਿਮਰਨ ਕਰਨਾ, ਜਿਹੜਾ ਸਾਡਾ ਮਨ ਚਿੰਤਾਵਾਂ ਵਿੱਚ ਫੁਰਨਿਆਂ ਵਿੱਚ ਆ, ਕਿਵੇਂ ਚਿੰਤਾ ਤੋਂ ਅਸੀਂ ਰਹਿਤ ਹੋਣਾ, ਕਿਵੇਂ ਅਸੀਂ ਜਿਹੜੇ ਦੁੱਖ ਸੰਸਾਰ ਵਿੱਚ ਸਾਨੂੰ ਮਿਲਦੇ ਆ, ਕਿਵੇਂ ਇਹਨਾਂ ਤੋਂ ਅਸੀਂ ਸੁਖੀ ਹੋਣਾ, ਤ੍ਰੈ ਗੁਣਾ ਤੋਂ ਕਿਵੇਂ ਅਤੀਤ ਹੋਣਾ, ਕਿਵੇਂ ਫੁਰਨਿਆਂ ਤੋਂ ਰਹਿਤ ਹੋਣਾ, ਉਹ ਫਿਰ ਸਾਨੂੰ ਸਮਝਾਇਆ ਹੈ ਗੁਰਬਾਣੀ ਦੇ ਵਿੱਚ। ਜਿਵੇਂ ਜਿਵੇਂ ਫਿਰ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਸਾਨੂੰ ਸੋਝੀ ਦਿੰਦੇ ਜਾਂਦੇ, ਅਤੇ ਅਸੀਂ ਉਹ ਸੋਝੀ ਨੂੰ ਅੰਦਰ ਵਸਾਉਣਾ ਹੁੰਦਾ। ਅਤੇ ਮਹਾਰਾਜ ਨੇ ਫਿਰ ਆਪਾਂ ਨੂੰ ਦੱਸਿਆ ਆ ਕਿ ਸਿਮਰਨ ਕਰਨਾ। ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਹੋ ਹੈ ਅਚਿੰਤ ਬਸੇ ਸੁਖ ਨਾਲ, ਕਹਿੰਦੇ ਤੁਸੀਂ ਚਿੰਤਾ ਤੋਂ ਰਹਿਤ ਹੋ ਜਾਓਗੇ, ਅਚਿੰਤ ਅਵਸਥਾ ਵਿੱਚ ਵਸੋਗੇ, ਸੁੱਖ ਨਾਲ ਵਸੋਗੇ। ਮਹਾਰਾਜ ਕਹਿੰਦੇ ਕਿਹੜੀ ਵਿਧੀ ਅਪਣਾਉਣੀ? ਸਾਸ ਗਿਰਾਸ ਹਰ ਨਾਮ ਸਮਾ। ਹੁਣ ਜੇ ਅਸੀਂ ਸਿਰਫ ਪਾਠ ਪੜ੍ਹਨ ਤੱਕ ਹੀ ਸੀਮਿਤ ਰਹਿ ਜਾਂਦੇ, ਫਿਰ ਸਾਨੂੰ ਸੋਝੀ ਨਹੀਂ ਆਉਂਦੀ ਕਿ ਕਿਵੇਂ ਅਸੀਂ ਸਾਸ ਗ੍ਰਾਸ ਸਿਮਰਨ ਕਰਨਾ। ਮਹਾਰਾਜ ਕਹਿੰਦੇ ਤੁਸੀਂ ਜਦੋਂ ਸਾਸ ਗ੍ਰਾਸ ਸਿਮਰਨ ਕਰਦੇ ਆ, ਤੁਹਾਡਾ ਮਨ ਚਿੰਤਾ ਤੋਂ ਰਹਿਤ ਹੋ ਕੇ ਅਚਿੰਤ ਅਵਸਥਾ ਵਿੱਚ ਵੱਸਦਾ ਆ। ਫਿਰ ਮਹਾਰਾਜ ਕਹਿੰਦੇ ਤੁਸੀਂ ਸੁੱਖ ਨਾਲ ਵਸਦੇ ਆ। ਹੁਣ ਜਦੋਂ ਆਪਾਂ ਅਭਿਆਸ ਕਰਦੇ ਹਾਂ, ਜਿਹੜੇ ਸਾਡੇ ਫੁਰਨੇ ਆ ਉਹਨਾਂ ਕਰਕੇ ਅਸੀਂ ਦੁਖੀ ਹੁੰਦੇ ਹਾਂ, ਪਰ ਜਦੋਂ ਅਸੀਂ ਸਿਮਰਨ ਕਰਨ ਲੱਗ ਪੈਂਦੇ, ਆਪਣੀ ਆਵਾਜ਼ ਨੂੰ ਸੁਣ ਲੱਗ ਪੈਂਦੇ ਹਾਂ, ਜਿਵੇਂ ਸਾਸ ਗ੍ਰਾਸ ਜਦੋਂ ਸਵਾਸ ਅੰਦਰ ਜਾਂਦਾ, ਵਾਹਿ ਬਾਹਰ ਆਉਂਦਾ ਗੁਰੂ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਾਂ ਸਵਾਸ ਗ੍ਰਾਸ, ਸਾਡੇ ਜਿਹੜੇ ਫੁਰਨੇ ਰੁਕ ਜਾਂਦੇ, ਸਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਉਹ ਹੈ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਨ। ਸਾਨੂੰ ਵਿਧੀ ਮਿਲ ਗਈ, ਮਹਾਰਾਜ ਨੇ ਵਿਧੀ ਸਮਝਾਤੀ ਸੁਖਮਨੀ ਸਾਹਿਬ। ਫਿਰ ਮਹਾਰਾਜ ਨੇ ਦੱਸਿਆ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਫਿਰ ਮਹਾਰਾਜ ਕਹਿੰਦੇ ਸਵਾਸ ਗ੍ਰਾਸ ਸਿਮਰਨ, ਫਿਰ ਮਹਾਰਾਜ ਕਹਿੰਦੇ ਸਾਸ ਸਾਸ ਸਿਮਰਨ ਕਰਨਾ। ਫਿਰ ਜਦੋਂ ਅਸੀਂ ਸਿਮਰਨ ਕਰਦੇ ਹਾਂ, ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਕਿ ਸਿਮਰਨ ਕਰਕੇ ਕਿੱਥੇ ਜਾਣਾ। ਜਦੋਂ ਅਸੀਂ ਸਿਮਰਨ ਕਰਨਾ, ਸਿਮਰਨ ਕਰਕੇ ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਅਚਿੰਤ ਹੋ ਗਏ ਹਾਂ, ਸੁੱਖ ਨਾਲ ਵੱਸਦੇ ਹਾਂ, ਅਤੇ ਉੱਥੇ ਸਾਨੂੰ ਕੀ ਪ੍ਰਾਪਤ ਹੋਏਗਾ ਜਦੋਂ ਅਸੀਂ ਸਿਮਰਨ ਕਰਕੇ ਜਾਵਾਂਗੇ, ਵਿਚਾਰਾਂ ਤੋਂ ਰਹਿਤ ਹੋਵਾਂਗੇ। ਅਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਉੱਥੇ ਨਾਮ ਦੀ ਪ੍ਰਾਪਤੀ ਹੋਏਗੀ। ਅਤੇ ਉਹ ਨਾਮ ਕਿੱਥੇ ਸਾਡੇ ਅੰਦਰ? ਫਿਰ ਸੁਖਮਨੀ ਸਾਹਿਬ 'ਚ ਮਹਾਰਾਜ ਸਮਝਾਉਂਦੇ ਆ। ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਮਹਾਰਾਜ ਕਹਿੰਦੇ ਕਿ ਫਿਰ ਕਿਹਦੀ ਪ੍ਰਾਪਤੀ ਹੋਣੀ ਹੈ? ਨੌ ਨਿਧ ਨਾਮ ਦੀ, ਜੋ ਸਾਡੀ ਇਸ ਦੇਹ ਦੇ ਵਿੱਚ ਹੀ ਆ, ਇਸ ਸਰੀਰ ਦੇ ਵਿੱਚ ਹੀ ਆ। ਫਿਰ ਮਹਾਰਾਜ ਕਹਿੰਦੇ ਉਹ ਹੈ ਕਿੱਥੇ ਆ? ਸਰੀਰ ਦੇ ਵਿੱਚ। ਜਦੋਂ ਹੁਣ ਆਪਾਂ ਸਾਸ ਗ੍ਰਾਸ ਸਿਮਰਨ ਕਰਦੇ, ਫਿਰ ਮਹਾਰਾਜ ਨੇ ਦੱਸਿਆ ਸੁਨ ਸਮਾਦ ਅਨਹਰੇ ਨਾਦ ਕਹਿ ਨ ਜਾਈ ਅਚਰਜ ਬਿਸਮਾਦ। ਮਹਾਰਾਜ ਨੇ ਸੁਖਮਨੀ ਸਾਹਿਬ ਸਾਨੂੰ ਸਮਝਾਇਆ ਕਿ ਜਦੋਂ ਤੁਸੀਂ ਸਿਮਰਨ ਕਰੋਗੇ, ਤੁਸੀਂ ਕਿੱਥੇ ਚਲੇ ਜਾਣਾ? ਸੁਨ ਸਮਾਦ ਵਿੱਚ, ਜਿੱਥੇ ਨਾਮ ਆ। ਮਹਾਰਾਜ ਕਹਿੰਦੇ ਉੱਥੇ ਕੀ ਆ? ਅਨਹਤ ਹੈ ਨਾਦ। ਫਿਰ ਮਹਾਰਾਜ ਕਹਿੰਦੇ ਕਹਿ ਨਾ ਜਾਈ ਅਚਰਜ ਬਿਸਮਾਦ। ਫਿਰ ਉਹ ਕਹਿਣ ਤੋਂ ਬਾਹਰ ਹੋ ਜਾਂਦਾ। ਜੇ ਹੁਣ ਆਪਾਂ ਅਭਿਆਸ ਕਰਕੇ ਕਈ ਵਾਰੀ ਹੁੰਦਾ ਅਸੀਂ ਸੁਣ ਚਲੇ ਜਾਂਦੇ ਹਾਂ, ਉਹ ਆਨੰਦ ਇੰਨਾ ਆਉਂਦਾ ਆ, ਉਹ ਸਾਡੇ ਕਹਿਣ ਤੋਂ ਬਾਹਰ ਹੋ ਜਾਂਦਾ, ਕਿਉਂਕਿ ਇਸ ਸੰਸਾਰ ਵਿੱਚ ਉਹ ਆਨੰਦ ਨਹੀਂ ਆਉਂਦਾ, ਜਿਹੜਾ ਮਨ ਸਾਡਾ ਆਪਣੇ ਘਰ ਚਲਾ ਜਾਂਦਾ। ਫਿਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਕਿਰਪਾ ਕਰਕੇ ਉੱਥੇ ਦਿਖਾ ਦਿੰਦੇ ਆ, ਉਸ ਖੇਲ ਦੀ ਫਿਰ ਸੋਝੀ ਦਿੰਦੇ ਆ। ਕਹਿੰਦੇ ਕਹਿ ਨਾ ਜਾਈਏ ਚਰਜ ਬਿਸਮਾਨ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਕਿ ਫਿਰ ਸੋਝੀ ਆ ਜਾਂਦੀ ਆ ਕਿ ਨਾਮ ਜਿਹੜਾ ਸਾਡੇ ਸਾਰਿਆਂ ਦੇ ਅੰਦਰ ਆ, ਜਿਸ ਨਾਮ ਦੁਆਰਾ ਸਾਰੇ ਖੰਡ ਬ੍ਰਹਿਮੰਡ ਮਹਾਰਾਜ ਨੇ ਪੈਦਾ ਕੀਤੇ, ਜਿਹਨੂੰ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ। ਕਿ ਜਿੰਨੇ ਵੀ ਜਿਹੜੇ ਜੀਵ ਜੰਤੂ ਮਹਾਰਾਜ ਨੇ ਪੈਦਾ ਕੀਤੇ, ਸਾਰੇ ਨਾਮ ਦੁਆਰਾ। ਜਿੰਨੇ ਵੀ ਖੰਡ ਬ੍ਰਹਿਮੰਡ ਆ, ਸਾਰੇ ਨਾਮ ਦੁਆਰਾ ਪ੍ਰਗਟ ਹੋਏ ਆ, ਜਿਹਨੂੰ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ। ਕਿ ਜਿੰਨੇ ਵੀ ਜੰਤ ਆ, ਸਾਰੇ ਨਾਮ ਦੁਆਰਾ ਮਹਾਰਾਜ ਨੇ ਤਿਆਰ ਕੀਤੇ, ਨਾਮ ਦੇ ਆਸਰੇ ਹੀ ਸਾਰੇ ਖੜੇ ਆ। ਫਿਰ ਆਂਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਵੀ ਅਖੰਡ ਬ੍ਰਹਿਮੰਡ ਅਸੀਂ ਦੇਖਦੇ, ਇਹ ਵੀ ਨਾਮ ਦੇ ਆਸਰੇ ਹੀ ਖੜੇ ਆ। ਫਿਰ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ।
ਕਿ ਜਿਹੜੇ ਗੁਰਮੁਖ ਸਿਮਰਤੀਆਂ ਤੇ ਜਿਹੜੇ ਵੇਦ ਆ ਇਹ ਬਣਦੇ ਕਿਵੇਂ ਆ, ਜਦੋਂ ਗੁਰਮੁਖ ਉਸ ਨਾਮ ਦੇ ਵਿੱਚ ਸਮਾ ਜਾਂਦੇ ਆ, ਤੇ ਜਿਹੜੇ ਉਹ ਫਿਰ ਬਚਨ ਬੋਲਦੇ ਆ ਉਹ ਵੇਦ ਦਾ ਰੂਪ ਧਾਰਨ ਕਰ ਲੈਂਦੇ ਆ। ਤੇ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਕਿ ਜਿਹੜੇ ਗੁਰਮੁਖ ਨਾਦ ਵਿੱਚ ਸਮਾ ਜਾਂਦੇ ਆ ਤੇ ਜਿਹੜੇ ਫਿਰ ਮੁਖ ਚੋਂ ਬਚਨ ਬੋਲਦੇ ਆ ਉਹ ਫਿਰ ਵੇਦ ਦਾ ਰੂਪ ਧਾਰਨ ਕਰਦੇ, ਕਿਉਂਕਿ ਕਿਵੇਂ ਨਾਮ 'ਚ ਸਮਾਉਣਾ ਉਹ ਸਾਰਾ ਫਿਰ ਜੋ ਖੇਲ ਸਮਝਾਇਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਕਿ ਸਾਰਾ ਸਾਨੂੰ ਨਾਮ ਦਾ ਭੇਦ ਦਿੱਤਾ ਜਾਂਦਾ। ਫਿਰ ਉਹਦੇ ਦੁਆਰਾ ਸਿਮਰਤੀਆਂ ਵੇਦ ਪੁਰਾਣ ਨਾਮ ਦੁਆਰਾ ਹੀ ਸਾਰੇ ਤਿਆਰ ਹੁੰਦੇ ਆ। ਫਿਰ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਕਿ ਜਦੋਂ ਫਿਰ ਨਾਮ ਦੇ ਦੁਆਰਾ ਹੀ ਸਾਰਾ ਖੇਲ ਮਹਾਰਾਜ ਨੇ ਪ੍ਰਗਟ ਕੀਤਾ, ਨਾਮ ਦੁਆਰਾ ਹੀ ਗਿਆਨ ਤੇ ਧਿਆਨ ਆਉਂਦਾ। ਜਦੋਂ ਅਸੀਂ ਨਾਮ ਦੇ ਵਿੱਚ ਸਮਾ ਜਾਂਦੇ ਫਿਰ ਸਾਨੂੰ ਇਹ ਜਿਹੜੀ ਸਾਡੀ ਸ਼ੁਰੂਆਤ ਆ ਕਥ ਕਹਾਣੀ ਵਿਛੜਨ ਤੋਂ ਮਿਲਾਪ ਦਾ ਰਸਤਾ ਜੋ ਸਮਝਾਇਆ ਗਿਆ ਗੁਰਬਾਣੀ 'ਚ ਉਹ ਫਿਰ ਸਾਨੂੰ ਸਮਝ ਆਉਂਦੀ। ਫਿਰ ਮਹਾਰਾਜ ਕਹਿੰਦੇ ਨਾਮ ਦੇ ਦੁਆਰਾ ਹੀ ਪੁਰੀਆਂ ਤੇ ਭਵਨ ਖੜੇ ਹੋਏ, ਉਹਦੇ ਆਸਰੇ ਨਾਲ ਹੀ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਪੁਰੀਆ ਸਭ ਭਵਨ, ਕਿ ਜਿੰਨੇ ਵੀ ਭਵਨ ਆ ਪੁਰੀਆਂ ਸਾਰੀਆਂ ਨਾਮ ਦੁਆਰਾ ਖੜੇ ਹੋਈਆਂ, ਨਾਮ ਦੇ ਆਸਰੇ ਦੁਆਰਾ। ਉਹੀ ਨਾਮ ਜਿਹਨੂੰ ਨਾਦ ਕਿਹਾ, ਜਿਹੜਾ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ, ਜਿਹਦੇ ਦੁਆਰਾ ਮਹਾਰਾਜ ਨੇ ਪਸਾਰਾ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਕੀਤਾ ਪਸਾਓ ਏਕੋ ਕੁਵਾਓ ਤਿਸ ਦੇ ਹੋਏ ਲੱਖ ਦਰਿਆਓ, ਕਿ ਸਾਰਾ ਜਿਹੜਾ ਖੇਲ ਮਹਾਰਾਜ ਨੇ ਪੈਦਾ ਕੀਤਾ ਸਾਰਾ ਹੀ ਨਾਮ ਦੁਆਰਾ ਪ੍ਰਗਟ ਕੀਤਾ। ਉਸੇ ਨਾਮ ਨੂੰ ਸੁਣ ਕੇ ਸਾਡੇ ਜਿਹੜੇ ਸਰਵਣ ਆ ਇਹਨਾਂ ਦਾ ਉਧਾਰ ਹੁੰਦਾ। ਮਹਾਰਾਜ ਕਹਿੰਦੇ ਨਾਮ ਕੇ ਸੰਗ ਉਧਰੇ ਸੁਣ ਸਰਵਣ। ਹੁਣ ਅਸੀਂ ਦੇਖਣਾ ਕਿ ਗੁਰੂ ਸਾਹਿਬ ਕਹਿੰਦੇ ਆਪਾਂ ਨੂੰ ਨਾਮ ਦੇ ਨਾਲ ਸਾਡੇ ਜਿਹੜੇ ਸਰਵਣ ਆ ਇਹਨੂੰ ਨਾਮ ਨੂੰ ਸੁਣ ਕੇ ਇਹ ਸਰਵਣਾ ਦਾ ਉਧਾਰ ਹੁੰਦਾ ਹੈ। ਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਕਿ ਇਹ ਸਰਵਣੋ ਮੇਰਿਓ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਖੋਜਦੇ ਹਾਂ ਕਿ ਇਹ ਜਿਹੜੇ ਸਰਵਣ ਆ ਕੰਨ ਆ ਸਾਡੇ, ਇਹਨਾਂ ਦਾ ਉਧਾਰ ਹੋ ਜਾਂਦਾ ਨਾਮ ਨੂੰ ਸੁਣ ਕੇ। ਤੇ ਇਹ ਲਾਏ ਕਿਸ ਵਾਸਤੇ ਆ, ਸੱਚ ਸੱਤ ਦੀ ਬਾਣੀ ਨੂੰ ਸੁਣਨ ਵਾਸਤੇ, ਜਿਹਨੂੰ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਫਿਰ ਮਹਾਰਾਜ ਨੇ ਆਪਾਂ ਨੂੰ ਸੁਖਮਨੀ ਸਾਹਿਬ 'ਚ ਦੱਸਿਆ ਆ ਕਿ ਕਿਵੇਂ ਜੇ ਅਸੀਂ ਨਾਮ ਨੂੰ ਵਿਸਾਰ ਦਿੰਦੇ ਹਾਂ, ਕਾਮ ਕ੍ਰੋਧੋਂ ਹੰਕਾਰ ਦੇ ਵਸ ਪੈਂਦੇ ਹਾਂ, ਤੇ ਫਿਰ ਕਿਵੇਂ ਜੂਨਾਂ ਦੇ ਵਿੱਚ ਮਨ ਜਾਂਦਾ। ਜੇ ਰਾਜ ਸਾਨੂੰ ਮਿਲਦਾ ਹੈ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਸਾਨੂੰ ਰਾਜ ਭਾਗ ਮਿਲ ਜਾਂਦਾ ਹੈ, ਤੇ ਜੇ ਸਾਡੇ ਅੰਦਰ ਹਉਮੈ ਆ ਜਾਂਦੀ ਆ ਤੇ ਮਹਾਰਾਜ ਕਹਿੰਦੇ ਫਿਰ ਸਾਨੂੰ ਕਿਹੜੀ ਜੂਟ ਮਿਲਦੀ ਹੈ। ਉਹ ਫਿਰ ਸਮਝਾਇਆ ਗੁਰਬਾਣੀ ਵਿੱਚ ਕਿ ਜਿਸ ਕੇ ਅੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਹੁਣ ਰਾਜ ਦਾ ਅਭਿਮਾਨ ਆ, ਇੱਕ ਰਾਜ ਦਾ ਜਿਹੜਾ ਅਭਿਮਾਨ ਉਹ ਕੌਣ ਲੈ ਕੇ ਆਇਆ। ਜਦੋਂ ਆਪਾਂ ਫਿਰ ਗੁਰਬਾਣੀ 'ਚ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਜਣੇ ਨਾ ਇਹਨਾਂ ਨੂੰ ਠੱਗ ਵੀ ਕਿਹਾ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹਨਾਂ ਨੂੰ ਗੁਰਬਾਣੀ 'ਚ ਠੱਗ ਕਿਹਾ ਹੈ। ਮਹਾਰਾਜ ਕਹਿੰਦੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਕਿ ਇਹਨਾਂ ਨੂੰ ਠੱਗ ਕਿਹਾ ਤੇ ਜਿਹੜਾ ਇਹਨਾਂ ਦੇ ਦਾਇਰੇ ਵਿੱਚ ਆ ਜਾਂਦਾ ਉਹਨੂੰ ਠੱਗ ਲੈਂਦੇ ਆ। ਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਇਹ ਜਿਹੜੇ ਪੰਜੇ ਠੱਗ ਆ, ਮਹਾਰਾਜ ਕਹਿੰਦੇ ਇੰਨੀ ਠੱਗੀ ਜੱਗ ਠੱਗਿਆ ਕਿਨੇ ਨ ਰੱਖੀ ਲੱਜ, ਕਿ ਇਹਨਾਂ ਪੰਜਾਂ ਦੁਆਰਾ ਇਹ ਠੱਗ ਬਣ ਜਾਂਦੇ ਆ। ਇਹ ਪੰਜਾਂ ਦੁਆਰਾ ਹੀ ਫਿਰ ਸਾਰਾ ਜੱਗ ਜਿਹੜਾ ਠੱਗਿਆ ਜਾਂਦਾ। ਤੇ ਜਦੋਂ ਆਪਾਂ ਫਿਰ ਗੁਰਬਾਣੀ ਵਿੱਚ ਪੜ੍ਹਦੇ ਹਾਂ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਆਪਾਂ ਨੂੰ ਦੱਸਿਆ ਜੇ ਰਾਜ ਦਾ ਅਭਿਮਾਨ ਹੋ ਜੇ, ਰਾਜ ਦੇ ਦਿੰਦੇ ਆ, ਰਾਜ ਦਾ ਰੂਪ ਧਾਰਨ ਕਰ ਲੈਂਦਾ ਇੱਕ ਜਣਾ, ਤੇ ਹਉਮੈ ਆ ਜਾਂਦੀ ਹੈ, ਫਿਰ ਮਹਾਰਾਜ ਕਹਿੰਦੇ ਨਰਕ ਪਾਤੀ ਹੋਤ ਸੁਆਨ। ਇੱਦਾਂ ਹੀ ਆਪਾਂ ਨੂੰ ਫਿਰ ਗੁਰਬਾਣੀ ਵਿੱਚ ਸਮਝਾਇਆ ਆ ਕਿ ਜੇ ਭੂਮੀ ਦਾ ਗੁਮਾਨ ਕਰਦੇ ਹਾਂ, ਸਾਰਾ ਆਪਾਂ ਨੂੰ ਸੁਖਮਨੀ ਸਾਹਿਬ ਵਿੱਚ ਦੱਸਿਆ ਹੈ। ਜਿਵੇਂ ਜਿਵੇਂ ਫਿਰ ਆਪਾਂ ਇੱਦਾਂ ਵਿਚਾਰ ਕਰੂੰਗੇ ਗੁਰਬਾਣੀ ਦੁਆਰਾ ਨਾਮ ਕਿੱਥੇ ਕਿਵੇਂ ਪੰਜ ਤੱਤਾਂ ਨੂੰ ਪਾਰ ਕਰਨਾ, ਉਹ ਫਿਰ ਸਵਾਲ ਆ ਜਾਂਦੇ, ਫਿਰ ਉਹਨਾਂ ਸਵਾਲਾਂ ਦੇ ਆਪਾਂ ਹੱਲ ਗੁਰਬਾਣੀ ਰਾਹੀਂ ਲੈਣੇ ਹੁੰਦੇ। ਹਾਂਜੀ ਇੱਕ ਸਵਾਲ ਆਇਆ ਹੋਇਆ ਕਮੈਂਟਸ ਦੇ ਵਿੱਚ, ਕਹਿੰਦੇ ਵਾਹਿਗੁਰੂ ਜੀ ਪਰਾਗ ਤੇ ਇਸ਼ਨਾਨ ਤੇ ਨਾਮ ਦੇ ਵਿੱਚ ਧਿਆਨ ਬਾਰੇ ਦੱਸਿਓ ਕਿਰਪਾ ਕਰਕੇ।
ਸੋ ਪ੍ਰਾਗ ਦਾ ਇਸ਼ਨਾਨ ਕਿਵੇਂ ਕਰਨਾ ਤੇ ਨਾਮ ਦੇ ਵਿੱਚ ਧਿਆਨ ਕਿੱਦਾਂ ਲਾਉਣਾ? ਹਾਂਜੀ, ਗੁਰਬਾਣੀ ਚ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਆ, ਈੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇਕਠਾਈ, ਬੈਨੀ ਸੰਗਮ ਤੇ ਪ੍ਰਾਗ ਹੈ, ਮਨ ਮਜਨ ਕਰੇ ਤਥਾਈ, ਸੰਤੋ ਤਹ ਨਰੰਜਨ ਰਾਮ ਹੈ। ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਸਮਝਾਇਆ ਆ ਕਿ ਜਿਹੜਾ ਸਾਡਾ ਸਰੀਰ ਆ, ਮਹਾਰਾਜ ਕਹਿੰਦੇ ਇੱਕ ਈੜਾ ਆ, ਇੱਕ ਪਿੰਗਲਾ ਆ, ਇੱਕ ਸੁਖਮਣਾ, ਇਹ ਨਾੜੀਆਂ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਤੀਨ ਬਸੇ ਇਕਠਾਈ, ਇਹ ਤਿੰਨੇ ਇੱਕ ਜਗ੍ਹਾ ਤੇ ਇਹਨਾਂ ਦਾ ਵਾਸਾ ਹੁੰਦਾ, ਜਿਹਨੂੰ ਤਰਵੈਣੀ ਕਿਹਾ ਆ ਗੁਰਬਾਣੀ ਦੇ ਵਿੱਚ। ਫਿਰ ਜਿੱਥੇ ਜਾ ਕੇ ਸੁਖਮਣਾ ਸਾਡੇ ਅੰਦਰ, ਜਿਹੜਾ ਆਪਣੇ ਸਰੀਰ ਦੀ ਮੰਤਰ ਦੱਸੀ ਆ, ਜਿੱਥੇ ਜਾ ਕੇ ਜਿਹੜੀ ਸੁਖਮਣਾ ਸੁੰਗੜ ਜਾਂਦੀ ਤੇ 2 ਨਾੜੀਆਂ ਰਹਿ ਜਾਂਦੀਆਂ, ਜਿਹਨੂੰ ਮਹਾਰਾਜ ਕਹਿੰਦੇ ਸੁਖਮਣਾ ਬੰਦ ਹੋ ਜਾਂਦੀ ਤੇ 2 ਨਾੜੀਆਂ ਰਹਿ ਜਾਂਦੀਆਂ, ਉਹਨੂੰ ਪ੍ਰਾਗ ਕਿਹਾ ਆ। ਤੇ ਮਹਾਰਾਜ ਕਹਿੰਦੇ ਆ ਮਨ ਦਾ ਪ੍ਰਾਗ ਤੇ ਇਸ਼ਨਾਨ ਕਰਾਉਣਾ। ਹੁਣ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ, ਜਿਹੜੇ ਸਾਡੀਆਂ ਨਾਸਕਾਂ ਆ, ਇਹ ਫਿਰ ਜਦੋਂ ਪ੍ਰਾਗ ਦਾ ਅਸੀਂ ਇਸ਼ਨਾਨ ਕਰਦੇ ਇਹ ਸਮ ਹੋ ਜਾਂਦੀਆਂ। ਤੇ ਕਿੱਥੇ ਇਸ਼ਨਾਨ ਕਰਨਾ ਆ? ਜਿੱਥੇ ਤਰਵੈਣੀ ਹੈ ਸਾਡੀ, ਤਰਵੈਣੀ ਤੋਂ ਉੱਪਰ ਜਿੱਥੇ 3 ਨਦੀਆਂ ਦਾ ਸੰਗਮ ਹੁੰਦਾ, ਨੱਕ ਦੇ ਜਿੱਥੇ ਐਨਕ ਦੀ ਟੇਕ ਹੁੰਦੀ ਆ, ਤੇ ਜਿੱਥੇ 3 ਨਦੀਆਂ ਦਾ ਇੱਥੇ ਸੰਗਮ, ਇਹਨੂੰ ਤਰਵੈਣੀ ਕਿਹਾ। ਤਰਵੈਣੀ 'ਚ ਵੀ ਗੁਰਬਾਣੀ 'ਚ ਇਸ਼ਨਾਨ ਕਰਨ ਬਾਰੇ ਦੱਸਿਆ, ਫਿਰ ਪ੍ਰਾਗ ਤੇ ਵੀ ਦੱਸਿਆ। ਫਿਰ ਥੋੜ੍ਹਾ ਜਿਹਾ ਉੱਤੇ ਜਾ ਕੇ ਮਸਤਕ ਤੇ, ਜਦੋਂ ਅਸੀਂ ਤਰਵੈਣੀ ਤੋਂ ਉੱਪਰ ਜਿੱਥੇ ਸੁਖਮਣਾ ਬਣਦੇ ਆ, ਓਨੀ ਕੁ ਜਗ੍ਹਾ ਤੇ, ਐਨਕ ਦੀ ਟੇਕ ਤੋਂ ਉੱਪਰ ਥੋੜਾ ਜਿਹਾ, ਹਾਂਜੀ, ਓਨੀ ਕੁ ਜਗ੍ਹਾ ਤੇ ਸੁਰਤੀ ਦੁਆਰਾ ਸਵਾਸ ਰੋਕ ਰੋਕ ਕੇ ਅਸੀਂ ਸਿਮਰਨ ਕਰਨਾ ਹੁੰਦਾ। ਜਦੋਂ ਆਪਾਂ ਸਵਾਸ ਇਹਦਾ ਰੋਕ ਲੈਂਦੇ ਆ, ਫਿਰ ਓਨੀ ਕੁ ਜਗ੍ਹਾ ਤੇ ਸੁਰਤੀ ਦੁਆਰਾ ਜਦੋਂ ਆਪਾਂ ਸਿਮਰਨ ਕਰਦੇ ਆ, ਇਹ ਫਿਰ ਮਨ ਦਾ ਪ੍ਰਾਗ ਤੇ ਇਸ਼ਨਾਨ ਹੁੰਦਾ। ਉੱਥੇ ਬੋਲਣਾ ਨਹੀਂ ਹੁੰਦਾ, ਸਿਰਫ ਮਹਿਸੂਸ ਕਰਨਾ ਓਨੀ ਕੁ ਜਗ੍ਹਾ ਤੇ ਸੁਰਤੀ ਦੁਆਰਾ ਸਿਮਰਨ। ਸੋ ਸੁਰਤੀ ਨੂੰ ਥੋੜਾ ਥੋੜਾ ਹਿਲਾਉਣਾ ਹੈ ਉਸ ਜਗ੍ਹਾ ਨਾਲ ਸਿਮਰਨ ਕਰਨ ਗੁਰੂ ਮੰਤਰ ਵਾਹਿਗੁਰੂ ਜਿਵੇਂ ਆਪਾਂ ਕਰਦੇ ਹਾਂ। ਸੋ ਦੂਜਾ ਹੈਗਾ ਨਾਮ 'ਚ ਧਿਆਨ ਲਾਉਣਾ। ਜਦੋਂ ਸਾਨੂੰ ਅਨਹਦ ਸ਼ਬਦ ਨਾਦ ਸੁਣਨਾ ਸ਼ੁਰੂ ਹੋ ਜਾਂਦਾ, ਜਦੋਂ ਅਸੀਂ ਉਸ ਨੂੰ ਸੁਣਨਾ ਸ਼ੁਰੂ ਕਰ ਦਿੰਦੇ, ਉੱਥੇ ਸਾਡੀ ਧਿਆਨ ਦੀ ਅਵਸਥਾ ਸ਼ੁਰੂ ਹੁੰਦੀ। ਮਹਾਰਾਜ ਨੇ ਪਹਿਲਾਂ ਦੱਸਿਆ ਧੁਨ ਮੈਂ ਧਿਆਨ। ਧੁਨ ਕਹਿੰਦੇ ਸਾਡੀ ਆਵਾਜ਼ ਨੂੰ, ਜਿਹੜੀ ਅਸੀਂ ਬੋਲਦੇ ਵਾਹਿਗੁਰੂ ਵਾਹਿਗੁਰੂ, ਇਹਨੂੰ ਸੁਣਦੇ ਹਾਂ। ਇਹਨੂੰ ਸੁਣਦਿਆਂ ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਸੁਣਨ 'ਚ ਚਲਾ ਜਾਂਦਾ, ਜਦੋਂ ਫਿਰ ਉੱਥੇ ਸਾਨੂੰ ਨਾਦ ਨਾਮ ਅਨਹਦ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ, ਫਿਰ ਮਹਾਰਾਜ ਕਹਿੰਦੇ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਅਤੇ ਉੱਥੇ ਫਿਰ ਸਾਡੀ ਧਿਆਨ ਦੀ ਅਵਸਥਾ ਸ਼ੁਰੂ ਹੋ ਜਾਂਦੀ। ਉੱਥੇ ਅਸੀਂ ਬੋਲਦੇ ਨਹੀਂ, ਉੱਥੇ ਸਿਰਫ ਸੁਣਨਾ ਹੁੰਦਾ। ਜਿਹੜਾ ਅਸੀਂ ਸੁਣਦੇ ਹਾਂ ਧਿਆਨ ਨਾਲ, ਸਿਰਫ ਨਾਮ ਨੂੰ ਇੱਦਾਂ ਬੈਠ ਕੇ ਸੁਣਨ 'ਚ ਸੁਣਨਾ ਹੀ ਹੁੰਦਾ। ਉਹਨੂੰ ਕਹਿੰਦੇ ਨਾਮ ਨੂੰ ਸੁਣਨਾ ਧਿਆਨ ਦੁਆਰਾ। ਹਾਂਜੀ, ਅਤੇ ਜਿਵੇਂ ਫਿਰ ਅਸੀਂ ਸੁਣਦੇ ਹਾਂ ਅਤੇ ਸਾਡੀ ਸੁਰਤੀ ਉਹਦੇ ਵਿੱਚ ਲੀਨ ਹੋਣ ਲੱਗ ਪੈਂਦੀ ਹੈ, ਵਿੱਚ ਸਮਾਉਣ ਲੱਗ ਪੈਂਦੀ ਹੈ। ਸੋ ਇਹ ਨੋਟ ਕਰ ਲਓ ਕਿ ਜਿੱਥੇ ਐਨਕ ਦੀ ਟੇਕ ਲੱਗਦੀ ਹੈ, ਉੱਥੇ ਅਜੇ ਸੁਖਮਨ ਤੇ ਖੁੱਲ੍ਹੀ ਹੁੰਦੀ ਆ, ਉਹਨੂੰ ਤ੍ਰਿਵੈਣੀ ਕਹਿ ਦਿੱਤਾ। ਥੋੜ੍ਹਾ ਜਿਹਾ ਉੱਪਰ ਨੂੰ ਜਦੋਂ ਧਿਆਨ ਲੈ ਕੇ ਜਾਂਦੇ ਆ, ਉੱਥੇ ਸੁਖਮਨਾ ਬੰਦ ਹੋ ਜਾਂਦੀ, 2 ਨਦੀਆਂ ਰਹਿ ਜਾਂਦੀਆਂ 3 ਦੇ ਵਿੱਚੋਂ, ਉਹਨੂੰ ਪ੍ਰਾਗ ਕਿਹਾ ਹੋਇਆ। ਸੋ ਭਗਤ ਬੇਣੀ ਜੀ ਨੇ ਸਾਨੂੰ ਉਹ ਵਿਧੀ ਦੱਸੀ ਹੋਈ ਹੈ ਗੁਰਬਾਣੀ ਦੇ ਵਿੱਚ, ਜਿਸ ਦੁਆਰਾ ਅਸੀਂ ਫਿਰ ਉੱਥੇ ਆਪਣੀ ਸੁਰਤੀ ਦਾ ਟਿਕਾਓ ਕਰਕੇ ਇਸ਼ਨਾਨ ਕਰ ਸਕਦੇ ਹਾਂ। ਹੁਣ ਜੇ ਕਿਸੇ ਦਾ ਕੋਈ ਸਵਾਲ ਐਸਾ ਆ ਜਾਏ ਕਿ ਸੁਰਤੀ ਨੂੰ ਉੱਥੇ ਹਿਲਾਉਣਾ ਕਿਵੇਂ ਆ, ਤੁਸੀਂ ਆਪ ਵਿਚਾਰ ਕਰ ਲਓ ਕਿ ਜਦੋਂ ਅਸੀਂ ਸਾਸ ਗ੍ਰਾਸ ਸਿਮਰਨ ਕਰਦੇ ਹਾਂ ਜਾਂ ਸਾਥ ਸਿਮਰਨ ਕਰਦੇ ਹਾਂ, ਅਸੀਂ ਹਮੇਸ਼ਾ ਉਹਦਾ ਸ਼ੁਰੂਆਤ ਦੇ ਵਿੱਚ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਸਿੱਖ ਰਹੇ ਹੋ ਵਿਧੀ ਪਹਿਲੀ ਵਾਰੀ, ਕਿ ਪੇਟ ਨੂੰ ਥੋੜ੍ਹਾ ਜਿਹਾ ਅੰਦਰ ਨੂੰ ਖਿੱਚ ਲੈਣਾ ਵਾਹਿਰ ਕਹਿਣ 'ਤੇ। ਇੱਦਾਂ ਕੀ ਹੁੰਦਾ ਕਿ ਸਾਡੀ ਸੁਰਤੀ ਨਾਭੀ ਤੱਕ ਪਹੁੰਚ ਜਾਂਦੀ ਹੈ, ਨਾਲੇ ਉੱਥੇ ਪਹੁੰਚ ਜਾਂਦੀ ਹੈ, ਅਤੇ ਗੁਰੂ 'ਤੇ ਉੱਪਰ ਨੂੰ ਆਪਣੀ ਸੁਰਤੀ ਲੈ ਆਉਣੀ ਹੈ। ਜੇ ਇੰਨਾ ਫਾਸਲਾ ਤੈਅ ਕਰ ਸਕਦੀ ਹੈ ਸਾਡੀ ਸੁਰਤੀ, ਇੱਕ ਛੋਟੀ ਜਗ੍ਹਾ ਵੀ ਇਸ ਨੂੰ ਤੁਸੀਂ ਹਿਲਾ ਸਕਦੇ ਹੋ ਇਸ ਤਰੀਕੇ ਦੇ ਨਾਲ। ਦੂਜਾ ਇਹ ਹੁੰਦਾ, ਕਈ ਵਾਰੀ ਦੱਸਿਆ ਜਾਂਦਾ ਕਿ ਤੁਸੀਂ ਇੱਕ ਜਗ੍ਹਾ ਟਿਕ ਕੇ ਧਿਆਨ ਧਰੋ। ਉਹਦਾ ਇਹ ਨਹੀਂ ਮਤਲਬ ਹੁੰਦਾ ਕਿ ਤੁਸੀਂ ਇਮੈਜਿਨ ਕਰਨੀ ਆ ਉਹ ਜਗ੍ਹਾ, ਜਾਂ ਆਪਣੇ ਮਨ 'ਚ ਕੋਈ ਫੁਰਨਾ ਵਿਚਾਰ ਫੋਟੋ ਨਹੀਂ ਬਣਾਉਣੀ ਹੁੰਦੀ। ਇਹ ਤਾਂ ਸਹਿਜ ਸੁਭਾਅ ਧਿਆਨ ਲਿਜਾਣਾ ਹੁੰਦਾ। ਜਿਵੇਂ ਹੁਣ ਜੇ ਮੈਂ ਇੱਛਾ ਕਰਾਂ ਕਿ ਮੈਂ ਆਪਣੇ ਅੰਗੂਠੇ ਦੇ ਵਿੱਚ ਧਿਆਨ ਲਿਜਾਣਾ, ਆਪਣੇ ਖੱਬੇ ਹੱਥ ਦੇ, ਅਤੇ ਉੱਥੇ ਧਿਆਨ ਲੈ ਜਾਂਦਾ, ਅਤੇ ਉਹ ਅੰਗੂਠਾ ਡਿਫਰੈਂਟ ਫੀਲ ਹੁੰਦਾ ਕਿਉਂਕਿ ਸੁਰਤੀ ਦਾ ਉੱਥੇ ਟਿਕਾਅ ਹੋ ਜਾਂਦਾ, ਬਾਕੀ ਸਰੀਰ ਨੂੰ ਸੁਰਤੀ ਭੁੱਲ ਜਾਂਦੀ ਹੈ। ਇੱਦਾਂ ਹੀ ਧਿਆਨ ਟਿਕਾਉਣਾ ਹੁੰਦਾ ਕਿਸੇ ਜਗ੍ਹਾ, ਅਤੇ ਹਿਲਾਉਣਾ ਵੀ ਹੈ। ਜੇ ਇੱਥੇ ਪ੍ਰਾਗ 'ਤੇ ਇਸ਼ਨਾਨ ਕਰਨਾ, ਥੋੜ੍ਹਾ ਥੋੜ੍ਹਾ ਉਸੇ ਜਗ੍ਹਾ ਦੇ ਵਿੱਚ ਹਿਲਾਉਣਾ। 5 ਤੱਤਾਂ ਨੂੰ ਕਿਵੇਂ ਪਾਰ ਕਰਨਾ, ਉਸ ਦੇ ਸੰਬੰਧ ਵਿੱਚ ਸੁਖਵਿੰਦਰ ਕੌਰ ਤੁਸੀਂ ਵਿਚਾਰ ਕਰਿਓ। ਹਾਂਜੀ,
ਜਦੋਂ ਆਪਾਂ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ ਤੇ ਸੁਖਮਨੀ ਸਾਹਿਬ ਵਿੱਚ ਪੰਜਾਂ ਤੱਤਾਂ ਨੂੰ ਕਿਵੇਂ ਪਾਰ ਕਰਨਾ ਆਪਾਂ ਨੂੰ ਸਮਝਾਇਆ ਗਿਆ ਹੈ। ਜਿਹੜਾ ਸਾਡਾ ਸਰੀਰ ਆ ਪੰਜਾਂ ਤੱਤਾਂ ਦਾ ਬਣਿਆ, ਪੌਣ, ਪਾਣੀ, ਅਗਨ, ਮਿੱਟੀ, ਆਕਾਸ਼, ਇਹ ਪੰਜਾਂ ਤੱਤਾਂ ਦਾ ਸਾਡਾ ਸਰੀਰ ਹੈ। ਤੇ ਪੰਜ ਤੱਤ ਫਿਰ ਅਸੀਂ ਪਾਰ ਕਰਨੇ ਕਿਵੇਂ, ਉਹ ਆਪਾਂ ਨੂੰ ਫਿਰ ਸੁਖਮਨੀ ਸਾਹਿਬ 'ਚ ਦੱਸਿਆ ਹੈ ਕਿ ਪੌਣ ਦਾ ਤੱਤ ਕਿਵੇਂ ਪਾਰ ਕਰਨਾ ਹੈ। ਜਿਹੜਾ ਜਦੋਂ ਸਾਡਾ ਮਨ ਪੌਣ ਦੇ ਨਾਲ ਮਿਲਦਾ, ਸਾਨੂੰ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ। ਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਕਿ ਜਿਹੜੇ ਵਿਚਾਰਾਂ ਦੇ ਵਿੱਚ ਮਨ ਜਾਂਦਾ ਉਹਨੂੰ ਕਿਵੇਂ ਰੋਕਣਾ। ਤੇ ਜਦੋਂ ਅਸੀਂ ਰੋਕ ਲੈਨੇ, ਅਸੀਂ ਪੌਣ ਦੇ ਤੱਤ ਨੂੰ ਪਾਰ ਕਰ ਲੈਨੇ, ਕਿਉਂਕਿ ਅਸੀਂ ਪੌਣ ਦੇ ਨਾਲ ਮਿਲਦੇ ਹਾਂ ਤੇ ਸਾਨੂੰ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ। ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਮੰਦਰ ਨੂੰ ਥੰਮਣ ਵਾਸਤੇ ਸਪੋਰਟ ਦੀ ਜ਼ਰੂਰਤ ਹੁੰਦੀ ਹੈ, ਇਹਨੂੰ ਥੰਮ ਦਿੰਦੇ ਆ, ਇੱਦਾਂ ਹੀ ਜਿਹੜਾ ਸਾਡਾ ਮਨ ਆ ਜਦੋਂ ਪੌਣ ਤੱਤ ਵਿੱਚ ਮਿਲ ਜਾਂਦਾ, ਇਹਨੂੰ ਰੋਕਣ ਵਾਸਤੇ ਜਿਹੜੇ ਫੁਰਨੇ ਸਾਨੂੰ ਆਉਂਦੇ ਆ, ਇਹਨੂੰ ਰੋਕਣ ਵਾਸਤੇ ਫਿਰ ਗੁਰੂ ਦੇ ਸ਼ਬਦ ਦੇ ਥੰਮ ਦੀ ਅਸੀਂ ਸਪੋਰਟ ਇਹਨੂੰ ਦਿੰਦੇ ਹਾਂ। ਮਹਾਰਾਜ ਕਹਿੰਦੇ ਜਿਉਂ ਮੰਦਰ ਕੋ ਥੰਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਤੇ ਇਵੇਂ ਗੁਰੂ ਦਾ ਸ਼ਬਦ ਫਿਰ ਜਿਵੇਂ ਹੁਣ ਆਪਾਂ ਸਵਾਸ ਗ੍ਰਹਿ ਸਿਮਰਨ ਕਰਦੇ ਹਾਂ, ਪਹਿਲਾਂ ਸਾਡਾ ਮਨ ਪੌਣ, ਜਿਹੜੀ ਪੌਣ ਆ, ਸਾਹ ਸਾਨੂੰ ਆ ਰਹੇ ਆ, ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਪੂਰੀ ਤਰ੍ਹਾਂ ਆਪਣੀ ਆਵਾਜ਼ ਨੂੰ ਸੁਣ ਲਾ ਪੈਂਦੇ ਹਾਂ, ਸਾਡਾ ਪੌਣ ਦਾ ਸੰਪਰਕ ਸਰੀਰ ਦੇ ਨਾਲ ਹੋ ਜਾਂਦਾ ਹੈ, ਸਾਡੀ ਸੁਰਤੀ ਸੋਨੇ 'ਚ ਚਲੀ ਜਾਂਦੀ ਹੈ, ਪੌਣ ਤੋਂ ਉੱਪਰ ਉੱਠ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਆਪਾਂ ਨੂੰ ਪਾਣੀ ਦੇ ਤੱਤ ਦਾ ਸਮਝਾਇਆ ਕਿ ਕਿਵੇਂ ਪਾਣੀ ਦੇ ਤੱਤ ਨੂੰ ਤੁਸੀਂ ਪਾਰ ਕਰਨਾ। ਕਹਿੰਦੇ ਜਿਵੇਂ ਤੁਸੀਂ ਕਿਸੇ ਨਹਿਰ ਨੂੰ, ਨਦੀ ਨੂੰ ਪਾਰ ਕਰਨ ਲਈ ਬੇੜੀ ਦੀ ਜ਼ਰੂਰਤ ਹੁੰਦੀ ਹੈ, ਇੱਦਾਂ ਹੀ ਪਾਣੀ ਦੇ ਤੱਤ ਨੂੰ, ਪਹਿਲਾਂ ਆਪਾਂ ਪੌਣ ਦੀ ਵਿਚਾਰ ਕੀਤੀ, ਹੁਣ ਪਾਣੀ ਦੇ ਤੱਤ ਦੀ ਮਹਾਰਾਜ ਨੇ ਸਮਝਾਇਆ ਕਿ ਪਾਣੀ ਨੂੰ ਪਾਰ ਕਰਨ ਲਈ ਤੁਹਾਨੂੰ ਗੁਰੂ ਦੇ ਸ਼ਬਦ ਦੇ ਆਸਰਾ ਲੈਣਾ ਪੈਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਉਂ ਪਖਾਨ ਨਾਵ ਚੜ੍ਹ ਤਰੇ, ਜਿਵੇਂ ਬੇੜੀ ਲੈਂਦੇ ਅਸੀਂ ਪਾਣੀ ਨੂੰ ਪਾਰ ਕਰਨ ਲਈ, ਨਦੀ ਨੂੰ ਪਾਰ ਕਰਨ ਲਈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਜਿਉਂ ਪਖਾਨ ਨਾਵ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਇੱਦਾਂ ਹੀ ਗੁਰੂ ਦੇ ਚਰਨਾਂ ਨਾਲ ਜਦੋਂ ਅਸੀਂ ਜੁੜ ਜਾਂਦੇ ਹਾਂ, ਅਸੀਂ ਪਾਣੀ ਦੇ ਤੱਤ ਨੂੰ ਪਾਰ ਕਰ ਲੈਂਦੇ। ਇਸੇ ਤਰ੍ਹਾਂ ਫਿਰ ਮਿੱਟੀ ਦੇ ਤੱਤ ਬਾਰੇ ਸਮਝਾਇਆ ਕਿ ਜਿਵੇਂ ਅੰਧੇਰੇ ਲਈ ਸਾਨੂੰ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ, ਐਵੇਂ ਮਿੱਟੀ ਦੇ ਤੱਤ ਦੇ ਗੁਬਾਰ ਨੂੰ ਪਾਰ ਕਰਨ ਲਈ ਸਾਨੂੰ ਗੁਰੂ ਦੇ ਸ਼ਬਦ ਦੀ ਰੌਸ਼ਨੀ ਦੀ ਜ਼ਰੂਰਤ ਹੁੰਦੀ। ਤੇ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਆ ਕਿ ਇਸੇ ਤਰ੍ਹਾਂ ਆਕਾਸ਼ ਤੱਤ ਦਾ ਦੱਸਿਆ ਆ ਕਿ ਗੁਰੂ ਦੇ ਨਾਮ ਦਾ ਤੋਸਾ ਸਾਨੂੰ ਚਾਹੀਦਾ ਹੁੰਦਾ। ਇਸੇ ਤਰ੍ਹਾਂ ਹੀ ਮਹਾਰਾਜ ਨੇ ਆਪਾਂ ਨੂੰ ਫਿਰ ਅਗਨ ਤੱਤ ਦਾ ਦੱਸਿਆ ਆ ਕਿ ਜਿਵੇਂ ਧੁੱਪ ਤੋਂ ਬਚਣ ਲਈ ਅਸੀਂ ਛਾਂ ਦੀ ਵਰਤੋਂ ਕਰਦੇ ਹਾਂ, ਇਸੇ ਤਰ੍ਹਾਂ ਹੀ ਇਹ ਜਿਹੜਾ ਅਗਨ ਦਾ ਤੱਤ ਪਾਰ ਕਰਨ ਲਈ ਸਾਨੂੰ ਗੁਰੂ ਦੇ ਸ਼ਬਦ ਦੇ ਛਾਂ ਦੀ ਜ਼ਰੂਰਤ ਹੁੰਦੀ ਹੈ। ਇਹ ਆਪਾਂ ਨੂੰ ਫਿਰ ਸੁਖਮਨੀ ਸਾਹਿਬ ਦੇ ਵਿੱਚ ਸਮਝਾਇਆ ਆ ਕਿ ਜਿਵੇਂ ਜਿਵੇਂ ਫਿਰ ਆਪਾਂ ਬਾਣੀ ਪੜ੍ਹਦੇ ਹਾਂ, ਫਿਰ ਸਾਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਕਿਵੇਂ ਪੰਜਾਂ ਤੱਤਾਂ ਨੂੰ ਅਸੀਂ ਪਾਰ ਕਰਨਾ ਹੈ। ਹਾਂਜੀ, ਉਹ ਵੀ ਸ਼ਬਦ ਦੱਸੇ ਹੋਏ ਆ ਕਿ ਕਿਵੇਂ ਮਿੱਟੀ ਤੱਤ ਦਾ ਗੁਬਾਰ ਆ ਉਹਨੂੰ ਪਾਰ ਕਰਨਾ, ਕਿਵੇਂ ਆਕਾਸ਼ ਤੱਤ ਨੂੰ ਪਾਰ ਕਰਨਾ, ਕਿਵੇਂ ਅਸੀਂ ਅਗਨ ਤੱਤ ਨੂੰ ਪਾਰ ਕਰਨਾ। ਕਿ ਜਿੱਥੇ ਤਪਤ ਆ, ਜਿੱਥੇ ਅਗਨ ਆ, ਉਸ ਮਹਾਂ ਭਿਆਨ ਨੂੰ ਪਾਰ ਕਰਨ ਲਈ ਹਰੀ ਦੇ ਨਾਮ ਦੀ ਛਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਤੇ ਜਦੋਂ ਅਸੀਂ ਨਾਮ ਜਪਦੇ ਹਾਂ, ਅਸੀਂ ਉਹ ਅਗਨ ਤੱਤ ਨੂੰ ਪਾਰ ਕਰਦੇ ਹਾਂ। ਮਹਾਰਾਜ ਕਹਿੰਦੇ ਜਹ ਮਹਾ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਮਤਲਬ ਕਿ ਗੁਰਮੰਤਰ ਦਾ ਇਸਤੇਮਾਲ ਕਰਕੇ ਅਸੀਂ ਸਭ ਤੋਂ ਪਹਿਲਾਂ ਤਾਂ ਪੌਣ ਨੂੰ ਹੀ ਪਾਰ ਕਰਦੇ ਹਾਂ, ਫਿਰ ਬਾਕੀ ਦੇ ਜਿਹੜੇ ਤੱਤ ਆ ਨਾਮ ਨੂੰ ਸੁਣ ਕੇ, ਅਨੰਤ ਸ਼ਬਦਾਂ ਨੂੰ ਸੁਣਦੇ ਸੁਣਦੇ ਅਸੀਂ ਫਿਰ ਪੰਜਾਂ ਤੱਤਾਂ ਤੋਂ ਹੀ ਉੱਪਰ ਉੱਠ ਜਾਂਦੇ ਹਾਂ। ਤੇ ਇੱਕ ਹੋਰ ਸਵਾਲ ਆਇਆ ਵਿੱਚ, ਕਹਿੰਦੇ ਵਾਹਿਗੁਰੂ ਜਿਹੜਾ ਪੌਣ ਦੇ ਸ਼ਬਦ ਆ, ਪੌਣ ਦੇ ਸ਼ਬਦ ਸੁਣਦਾ ਕੀ ਉਹ ਵੀ ਨਾਮ ਦਾ ਰੂਪ ਹੈ? ਪਲੀਜ਼ ਐਕਸਪਲੇਨ ਇਟ। ਓਕੇ, ਇਹ ਕਈ ਵਾਰੀ ਕਈ ਟਾਪਿਕਾਂ ਦੇ ਵਿੱਚ ਇਸੇ ਚੈਨਲ 'ਤੇ ਵੀਡੀਓ ਪਾਈਆਂ ਹੋਈਆਂ, ਜਿਸ ਦੇ ਵਿੱਚ ਆਡੀਓ ਰਾਹੀਂ ਦੱਸਿਆ ਹੋਇਆ ਕਿ ਜਿਹੜੇ ਪੌਣ ਦੇ ਸ਼ਬਦ ਆ ਉਹ ਅਸਲ ਵਿੱਚ ਉਹ ਸ਼ਬਦ ਨੇ ਜਿਹੜੇ ਪੌਣ ਦੇ ਵਿੱਚ ਟਰੈਵਲ ਕਰਦੇ ਆ, ਜਾਂ ਅਸੀਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਕਿਸੇ ਟਕਰਾਅ ਨਾਲ ਕ੍ਰੀਏਟ ਕਰਦੇ ਹਾਂ। ਹੁਣ ਜਿਵੇਂ ਕਿ ਜੇ ਮੈਂ ਦੋ ਆਬਜੈਕਟਸ ਨੂੰ ਇੱਕ ਦੂਸਰੇ ਨਾਲ ਸਟਰਾਈਕ ਕਰਦਾ, ਜਿਵੇਂ ਮੇਰੇ ਹੱਥ ਆ ਅਤੇ ਆਵਾਜ਼ ਪ੍ਰਗਟ ਹੁੰਦੀ ਆ, ਜਾਂ ਕੋਈ ਅਸੀਂ ਬਚਨ ਬੋਲਦੇ ਹਾਂ, ਆ ਜਿਹੜੇ ਸਾਡੇ ਵਰਡਸ ਆ, ਇਹ ਮਹਾਰਾਜ ਕਹਿੰਦੇ ਅਗਨ ਬਿੰਬ ਪਵਨ ਕੀ ਬਾਣੀ ਤੀਨ ਨਾਮ ਕੇ ਦਾਸਾ, ਇਹ ਵੀ
ਇੱਥੇ ਮਾਇਆ ਦੇ ਦੇਸ਼ ਦੇ ਵਿੱਚ ਜਿਹੜਾ ਅਸੀਂ ਬੋਲੀ ਬੋਲਦੇ ਹਾਂ, ਉਹ ਕੀ ਹੁੰਦਾ ਹੈ ਕਿ ਇਹ ਪਾਉਣ ਦੇ ਸ਼ਬਦ ਇਹਨਾਂ ਨੂੰ ਕਿਹਾ ਹੋਇਆ ਅਸਲ ਵਿੱਚ। ਜਿਹੜੇ ਅਨਹਦ ਸ਼ਬਦ ਆ ਉਹ ਬਿਨਾਂ ਕਿਸੇ ਟਕਰਾਅ ਤੋਂ, ਬਿਨਾਂ ਪੌਣ ਪਾਣੀ ਵੈਸੰਤਰ ਦੇ ਇਸਤੇਮਾਲ ਤੋਂ ਉਹ ਹਰ ਵਕਤ ਚੱਲਦੇ ਆ। ਸੋ ਜਿਹੜੇ ਅੰਦਰ ਸ਼ਬਦ ਸੁਣਦੇ ਹੁੰਦੇ, ਕਈ ਵਾਰੀ ਅਸੀਂ ਉਹਨਾਂ ਨੂੰ ਸੁਣਦੇ ਹਾਂ ਜਦੋਂ ਹਜੇ ਪੂਰੀ ਤਰ੍ਹਾਂ ਸਾਡਾ ਮਨ ਪਾਉਣ ਤੋਂ ਵੱਖ ਨਹੀਂ ਹੋਇਆ ਹੁੰਦਾ, ਫਿਰ ਵੀ ਉਹ ਅਨਹਦ ਸ਼ਬਦ ਜਿਹੜੇ ਆ ਉਹ ਪਰਮਾਤਮਾ ਤੋਂ ਹੀ ਆਉਂਦੇ ਆ, ਸੁਣ ਵਿੱਚੋਂ ਆਉਂਦੇ ਆ, ਆਤਮਾ ਰਾਹੀਂ ਸਾਨੂੰ ਸੁਣਦੇ ਆ। ਉਹ ਸ਼ਬਦ ਜਿਹੜੇ ਆ ਉਹ ਪੌਣ ਪਾਣੀ ਵੈਸੰਤਰ ਤੋਂ ਉੱਪਰ ਆ। ਸੋ ਕਈ ਜਿਹੜੇ ਪ੍ਰਚਾਰਕ ਆ ਉਹਨਾਂ ਨੇ ਪਿਤਾ ਜੀ ਦੀ ਸੰਗਤ ਕੀਤੀ। ਪਿਤਾ ਜੀ ਮਤਲਬ ਕਿ ਭਾਈ ਸੇਵਾ ਸਿੰਘ ਜੀ ਧਰਮਾਲਾ, ਮੇਰੇ ਫਾਦਰ ਇਨ ਲਾ, ਉਹਨਾਂ ਦੀ ਸੰਗਤ ਤਾਂ ਕੀਤੀ ਉਹਨਾਂ ਨੇ, ਪਰ ਕਈਆਂ ਨੂੰ ਜਿੰਨਾ ਕਿਸੇ ਨੂੰ ਸਮਝ ਆਈ ਉਹਨਾਂ ਉਹ ਫਿਰ ਗਾਂ ਦੱਸਦੇ ਆ। ਕਈਆਂ ਨੇ ਕਨਫਿਊਜ਼ ਵੀ ਕਈਆਂ ਨੂੰ ਕੀਤਾ ਹੋਇਆ। ਉਹ ਕਹਿ ਦਿੰਦੇ ਆ ਕਿ ਜੇ ਕਿਸੇ ਨੂੰ ਅਨਹਦ ਸ਼ਬਦ ਸੁਣਦੇ ਆ ਮੋਰਿਓ ਕਹਿ ਨਹੀਂ ਜੀ ਤੁਹਾਨੂੰ ਪਾਉਣ ਦੇ ਸ਼ਬਦ ਸੁਣ ਰਿਹਾ। ਇੱਦਾਂ ਹੀ ਇੱਕ ਗੁਰਮੁਖ ਇੱਕ ਵਾਰੀ ਅਮਰੀਕਾ ਤੋਂ ਉਹਨਾਂ ਦਾ ਫੋਨ ਆਇਆ, ਉਹ ਕਿਤੇ ਇੰਗਲੈਂਡ ਉਹ ਸੰਗਤ ਕਰਦੇ ਰਹੇ, ਅਤੇ ਉਹਨਾਂ ਨੂੰ ਉੱਥੇ ਦੇ ਗੁਰਮੁਖਾਂ ਨੇ ਜਿਨ੍ਹਾਂ ਨੇ ਪਿਤਾ ਜੀ ਦੀ ਸੰਗਤ ਕੀਤੀ, ਉਹਨਾਂ ਨੇ ਕਹਿ ਦਿੱਤਾ ਕਿ ਜੀ ਇਹ ਅਨਹਦ ਸ਼ਬਦ ਨਹੀਂ, ਇਹ ਪਾਉਣ ਦੇ ਸ਼ਬਦ ਆ। ਅਤੇ ਜਦੋਂ ਸਾਨੂੰ ਫੋਨ ਆਇਆ ਅਸੀਂ ਉਹਨਾਂ ਨੂੰ ਦੱਸਿਆ ਕਿ ਨਹੀਂ ਇਹ ਅਨਹਦ ਸ਼ਬਦ ਆ। ਅਤੇ ਉਹ ਜਦੋਂ ਪਹਿਲਾਂ ਉਹਨਾਂ ਨੇ ਸੋਚਿਆ ਸੀ ਇਹ ਪਾਉਣ ਦੇ ਸ਼ਬਦ ਆ, ਉਹ ਧਿਆਨ ਨਹੀਂ ਵਿੱਚ ਲਾਉਂਦੇ ਸੀ। ਜਦੋਂ ਉਹ ਧਿਆਨ ਲਾਉਣ ਲੱਗ ਪਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਇਹ ਅਨਹਦ ਸ਼ਬਦ ਆ, ਫਿਰ ਉਹਨਾਂ ਨੂੰ ਹੋਰ ਵੀ ਗਾਂ ਦੀ ਗਾਂ ਐਕਸਪੀਰੀਅੰਸ ਹੋਣ ਲੱਗ ਪਏ, ਉਹ ਅਧਿਆਤਮਕ ਤਰੱਕੀ ਹੋਣ ਲੱਗ ਪਏ। ਸੋ ਇਹ 'ਚ ਕਨਫਿਊਜ਼ਨ ਨਹੀਂ ਰੱਖਣਾ। ਪਾਉਣ ਦੇ ਸ਼ਬਦ ਤਾਂ ਟਕਰਾਅ ਦੇ ਨਾਲ ਆ, ਕਿਸੇ ਆਬਜੈਕਟਸ ਇੱਕ ਦੂਸਰੇ ਨੂੰ ਸਟਰਾਈਕ ਕਰਦੇ ਆ, ਜਾਂ ਪੌਣ ਪਾਣੀ ਵੈਸੰਤਰ ਤੋਂ ਪ੍ਰਗਟ ਹੁੰਦੇ ਜਿਹੜਾ ਸਾਡਾ ਵੋਇਸ ਬਾਕਸ ਆ ਉਸ ਤੋਂ। ਜਿਹੜੇ ਅਨਹਦ ਸ਼ਬਦ ਆ ਉਹ ਪੌਣ ਪਾਣੀ ਵੈਸੰਤਰ ਤੋਂ ਉੱਪਰ ਆ। ਕਈ ਵਾਰ ਅਸੀਂ ਪੌਣ ਦੇ ਵਿੱਚ ਮਿਲਿਆ ਹੋਇਆ ਸਾਡਾ ਮਨ ਜਦੋਂ ਇਹਨਾਂ ਨੂੰ ਸੁਣਦਾ ਹੈ ਇੱਦਾਂ ਲੱਗਦਾ ਹੁੰਦਾ ਜਿਵੇਂ ਕਿ ਬੀਂਡੇ ਵੱਜਦੇ ਆ ਜਾਂ ਚਿੜੀਆਂ ਚੁੱਕਦੀਆਂ, ਪਰ ਜਿਉਂ-ਜਿਉਂ ਅਸੀਂ ਪੌਣ ਤੋਂ ਵੱਖ ਹੁੰਦੇ ਜਾਂਦੇ ਆ ਮਨ ਦੁਆਰਾ ਅਫੁਰ ਹੁੰਦੇ ਜਾਂਦੇ ਆ ਅਤੇ ਇਹ ਆਵਾਜ਼ ਉੱਚੀ ਹੋ ਜਾਂਦੀ, ਫਿਰ ਉਹ ਸੰਗੀਤਕ ਧੁਨਾਂ ਪ੍ਰਤੱਖ ਅਸੀਂ ਸੁਣਨ ਲੱਗ ਪੈਂਦੇ ਆ ਜੋ ਅਸਲ ਵਿੱਚ ਮਹਾਰਾਜ ਦੱਸਦੇ ਆ ਗੁਰਬਾਣੀ ਵਿੱਚ। ਜਿਵੇਂ ਢੋਲਕੀ ਦੀ ਆਵਾਜ਼, ਬੱਦਲ ਜਿਹੜੇ ਗਰਜਦੇ ਆ ਉਹ ਆਵਾਜ਼ ਅੰਦਰ ਆਉਂਦੀ ਆ, ਸ਼ੰਖ ਦੀ ਆਵਾਜ਼, ਤਬਲੇ ਦੀ ਆਵਾਜ਼, ਅਨੇਕਾਂ ਆਵਾਜ਼ਾਂ ਐਸੀਆਂ ਆਉਂਦੀਆਂ ਹਨ। ਜਿਵੇਂ ਆਪਾਂ ਨੂੰ ਦੱਸਿਆ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿ ਜਿੱਥੇ ਬਿਨਾਂ ਵਜਾਏ ਸਿੰਗੀ ਵੱਜਦੀ, ਅਸੀਂ ਉਹਨੂੰ ਸੁਣਨਾ। ਇੱਕ ਤਾਂ ਜੋਗੀ ਜਿਹੜੇ ਆਪ ਵਜਾਉਂਦੇ ਸਿੰਗੀ, ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਜੋਗੀਆਂ ਨੂੰ ਸਮਝਾਇਆ ਉਸ ਅਵਸਥਾ 'ਤੇ ਮਨ ਨੂੰ ਲੈ ਕੇ ਜਾਣਾ। ਮਾਰੇ ਕਹਿੰਦੇ ਨਾਨਕ ਜੀਵ ਤਿਆਂ ਮਰ ਰਹੀਏ, ਐਸਾ ਜੋਗ ਕਮਾਈਏ ਕਿ ਜਿਉਂਦਿਆਂ ਜੀਵ ਮਨ ਮਰ ਜੇ, ਵਿਚਾਰਾਂ ਤੋਂ ਰਹਿਤ ਹੋ ਜੇ। ਅਤੇ ਫਿਰ ਮਹਾਰਾਜ ਕਹਿੰਦੇ ਉੱਥੇ ਜਾਣਾ, ਵਾਜੇ ਬਾਜੋਂ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ, ਕਿ ਜਿੱਥੇ ਬਿਨਾਂ ਵਜਾਏ ਸਿੰਘੀ ਵੱਜਦੀ ਉਸ ਅਵਸਥਾ 'ਤੇ ਮਹਾਰਾਜ ਕਹਿੰਦੇ ਜਾਣਾ। ਉਹ ਹੁੰਦਾ ਕਿਵੇਂ ਜੀ, ਕਈ ਵਾਰੀ ਹੁੰਦਾ ਕਿ ਜਿਵੇਂ ਅਸੀਂ ਬਹੁਤ ਸਹਿਜ ਵਿੱਚ ਇੱਥੇ ਕੰਮ ਕਰਦੇ ਹਾਂ, ਉਹਨੂੰ ਕਹਿੰਦੇ ਸਮ ਦ੍ਰਿਸ਼ਟੀ ਦੁਆਰਾ ਨਾਮ ਨੂੰ ਸੁਣੀ ਜਾਣਾ, ਅਤੇ ਸਾਡਾ ਮਨ ਫਿਰ ਹੁਕਮ 'ਚ ਰਹਿੰਦਾ। ਕਿਉਂਕਿ ਜਦੋਂ ਵੀ ਸਾਡੀ ਸੁਰਤੀ ਥੋੜ੍ਹੀ ਜਿਹੀ ਸਹਿਜ ਵਿੱਚ ਜਾਂਦੀ, ਸਾਨੂੰ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ। ਕਈ ਵਾਰੀ ਅਸੀਂ ਕੰਮ ਵੀ ਕਰਦੇ ਹੁੰਦੇ ਹਾਂ, ਨਾਲ ਸਾਨੂੰ ਅਨਹਦ ਸ਼ਬਦ ਵੀ ਸੁਣਦੇ ਹੁੰਦੇ, ਜਿਵੇਂ ਸਹਿਜ ਧੁਨ ਸੁਣਦੀ, ਬਹੁਤ ਲੰਬੀ ਆਵਾਜ਼ ਨਾਲ ਸਾਨੂੰ ਸੁਣੀ ਜਾਂਦੀ। ਇਹ ਉਸ ਵਕਤ ਕੀ ਸਾਡਾ ਹੁੰਦਾ ਹੈ ਮਨ ਹੁਕਮ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਬੁਝਾਏ ਜੀਓ। ਉਹ ਫਿਰ ਕੀ ਹੁੰਦਾ ਹੈ, ਅਸੀਂ ਕਰਮ ਕਰਦੇ ਹਾਂ ਬਹੁਤ ਸਹਿਜ ਵਿੱਚ, ਅਤੇ ਸਾਨੂੰ ਉਹ ਪਹਿਚਾਣ ਆ ਜਾਂਦੀ ਮਾਲਕ ਦੀ ਆਵਾਜ਼ ਦੀ। ਉਹ ਕਹਿੰਦੇ ਉਹਨੂੰ ਸਮ ਦ੍ਰਿਸ਼ਟੀ ਦੁਆਰਾ ਸੁਣਨਾ। ਇਹ ਨਹੀਂ ਕਿ ਇਹ ਸਮਝ ਲੈਣਾ ਕਿ ਇਹ ਤਾਂ ਸਿਰਫ ਪਾਉਣ ਦੇ ਸ਼ਬਦ, ਕਿਉਂਕਿ ਅਸੀਂ ਪਾਉਣ 'ਚ ਮਿਲੇ ਹੋਏ ਹਾਂ। ਉਹਨੂੰ ਸਮਦ੍ਰਿਸ਼ਟ ਕਹਿੰਦੇ ਆ, ਕਿਉਂਕਿ ਪਾਉਣ ਤਾਂ ਚੱਲੀ ਜਾਣੀ ਜਿੰਨਾ ਚਿਰ ਅਸੀਂ ਇਹਦਾ ਸਵਾਸ ਮਹਾਰਾਜ ਨੇ ਸਾਨੂੰ ਬਖਸ਼ਿਆ। ਇਹ ਸਰੀਰ ਦੇ ਵਿੱਚ ਵੀ ਆ ਕੇ ਅਸੀਂ ਇੱਧਰ ਦੁਨਿਆਵੀ ਕੋਈ ਵੀ ਕਰਮ ਕਰਦੇ ਹਾਂ, ਜਿਹੜਾ ਮਹਾਰਾਜ ਨੇ ਆਪਾਂ ਨੂੰ ਕਿਹਾ ਉੱਠਤ ਬੈਠਤ ਹਰ ਹਰ ਧਿਆਈਏ, ਆਨ ਦਿਨ ਸੋਕ੍ਰਿਤ ਕਰੀਏ, ਕਿ ਬਹਿੰਦਿਆਂ ਉੱਠਦਿਆਂ ਨਾਲ ਸਿਮਰਨ ਵੀ ਕਰਨਾ, ਨਾਲ ਕਰਮ ਵੀ। ਇੱਕ ਅਵਸਥਾ ਆ ਜਾਂਦੀ ਕਿ ਜਿੱਥੇ ਤੁਸੀਂ ਸਿਮਰਨ ਨਹੀਂ ਕਰ ਰਹੇ ਹੁੰਦੇ, ਪਰ ਤੁਹਾਨੂੰ ਅੰਦਰੋਂ ਆਵਾਜ਼ ਸੁਣੀ ਜਾਂਦੀ ਆ, ਉਹ ਸਹਿਜ ਧੁਨ, ਉਹ ਅਨਹਦ ਸ਼ਬਦਾਂ ਦੀ ਤੁਸੀਂ ਕਰਮ ਕਰ ਰਹੇ ਹੁੰਦੇ, ਉਹਨੂੰ ਕਹਿੰਦੇ ਸਮਦ੍ਰਿਸ਼ਟ ਸੁਣਨਾ। ਹਾਂਜੀ ਹਾਂਜੀ। ਸੋ ਇੱਕ ਹੋਰ ਸਵਾਲ ਆਇਆ ਹੋਇਆ, ਕਹਿੰਦੇ ਵਾਹਿਗੁਰੂ ਜੀ ਕਾਫੀ ਸਮਾਂ ਹੋ ਗਿਆ ਅਭਿਆਸ ਕਰਦੇ ਹਾਂ ਪਰ ਫੁਰਨੇ ਨਹੀਂ ਰੁਕ ਰਹੇ। ਅਤੇ ਇਹ ਕਈਆਂ ਦੀ ਕੰਪਲੇਂਟ ਹੁੰਦੀ ਆ, ਉੱਦਾਂ ਕਈ ਗੁਰਮੁਖੀ ਤਾਂ ਕਹਿ ਦਿੰਦੇ ਕਿ ਸਾਡੇ ਹਜੇ ਪੂਰੀ ਤਰ੍ਹਾਂ ਫੁਰਨੇ ਨਹੀਂ ਰੁਕੇ। ਹੁਣ ਇਹਦੇ ਵਿੱਚ ਦੋ ਗੱਲਾਂ ਆ, ਇੱਕ ਤਾਂ ਅਸੀਂ ਦੇਖਣਾ ਹੁੰਦਾ ਕਿ ਅਸੀਂ ਅਭਿਆਸ ਕਿਵੇਂ ਕਰ ਰਹੇ ਹਾਂ, ਅਤੇ ਦੂਜੀ ਗੱਲ ਇਹ ਆ ਕਿ
ਜਿਹੜਾ ਅਭਿਆਸ ਅਸੀਂ ਕਰ ਰਹੇ ਹਾਂ, ਅਸੀਂ ਕੀ ਸੁਣਨ ਵਿੱਚ ਕਦੇ ਕਦੇ ਜਾਂਦੇ ਵੀ ਹਾਂ ਕਿ ਨਹੀਂ? ਅਭਿਆਸ ਕਰਦਿਆਂ ਹੋਇਆਂ ਗੁਰਮੰਤਰ ਨੂੰ ਅਸੀਂ ਜਦੋਂ ਜਪਦੇ ਹਾਂ, ਅਸੀਂ ਮੇਕ ਸ਼ੋਰ ਕਰਨਾ ਕਿ ਅਸੀਂ ਪ੍ਰੋਪਰ ਜੁਗਤੀ ਦੁਆਰਾ ਕਰ ਰਹੇ ਹਾਂ। ਇੱਕ ਹੈ ਸਾਸਗ੍ਰਾਸ ਸਿਮਰਨ ਅਤੇ ਸਾਸ ਸਿਮਰਨ। ਜੇਕਰ ਅਸੀਂ ਜੁਗਤ ਦੁਆਰਾ ਕਰ ਰਹੇ ਹਾਂ ਅਭਿਆਸ ਪ੍ਰੋਪਰਲੀ, ਅਤੇ ਫਿਰ ਸਾਡਾ ਮਨ ਫੁਰਨਿਆਂ ਤੋਂ ਰਹਿਤ ਹੋਣ ਲੱਗ ਪੈਂਦਾ ਜਿਉਂ-ਜਿਉਂ ਅਭਿਆਸ ਕਰਦਾ ਹੈ। ਫਿਰ ਦੂਜੀ ਗੱਲ ਜਿਹੜੀ ਮੈਂਸ਼ਨ ਕੀਤੀ ਕਿ ਸੁਣ 'ਚ ਜਾਣਾ। ਸੁਣ ਵਿੱਚ ਇਸ ਤਰੀਕੇ ਦੇ ਨਾਲ ਮਨ ਜਾਂਦਾ ਆ, ਇਵੇਂ ਹੁੰਦਾ ਜਿਵੇਂ ਇੱਕ ਪਰਸਨ ਬੇਸਿਕਲੀ ਸੌਂ ਜਾਂਦਾ ਹੈ, ਕੋਈ ਸੌਂ ਜਾਏ, ਇੱਦਾਂ ਹੀ ਸਾਡਾ ਮਨ ਸੁਣ ਵਿੱਚ ਸਮਾਵੇਗਾ। ਜਦੋਂ ਅਸੀਂ ਸੌਂਦੇ ਹਾਂ, ਸਾਡਾ ਮਨ ਉਸ ਵੇਲੇ ਇਸ ਸਰੀਰ ਤੋਂ ਉੱਪਰ ਉੱਠ ਜਾਂਦਾ। ਅਤੇ ਜੇਕਰ ਅਸੀਂ ਅਭਿਆਸ ਕਰਦੇ ਹਾਂ, ਮਹਾਰਾਜ ਕਹਿੰਦੇ ਆ ਸਤਿਗੁਰ ਤੇ ਪਾਏ ਵਿਚਾਰਾ ਸੁਣ ਸਮਾਧ ਸੱਚੇ ਘਰ ਬਾਹਰ, ਕਿ ਸਾਡਾ ਸੱਚਾ ਘਰ ਬਾਹਰ ਸੁਣਿਆ। ਅਭਿਆਸ ਕਰਦੇ ਕਰਦੇ ਸਾਡਾ ਮਨ ਉਸੇ ਅਵਸਥਾ ਦੇ ਵਿੱਚ ਚਲੇ ਜਾਏ ਜਿੱਥੇ ਅਸੀਂ ਸੌਂ ਕੇ ਚਲੇ ਜਾਂਦੇ ਹਾਂ, ਉਹਨੂੰ ਕਹਿੰਦੇ ਆ ਸੁਣ ਵਿੱਚ ਸਮਾਉਣਾ। ਜੇਕਰ ਸਾਡਾ ਮਨ ਸੁਣ ਵਿੱਚ ਸਮਾਉਂਦਾ ਆ, ਉੱਥੇ ਉਸ ਵੇਲੇ ਸਾਨੂੰ ਪਤਾ ਨਹੀਂ ਹੁੰਦਾ ਨਾ ਇੱਧਰ ਦਾ, ਅਤੇ ਕਾਫੀ ਵਾਰ ਗਾਂ ਦੇ ਪਾਸੇ ਦਾ ਵੀ ਨਹੀਂ ਪਤਾ ਹੁੰਦਾ। ਜਿੰਨੇ ਵੀ ਸਵਾਸ ਸਾਡੇ ਉਸ ਵੇਲੇ ਅਸੀਂ ਸਰੀਰ ਦੁਆਰਾ ਲੈ ਰਹੇ ਹਾਂ, ਉਹ ਸਾਰੇ ਜਮ੍ਹਾਂ ਹੁੰਦੇ ਆ, ਅਤੇ ਇਹ ਜਮ੍ਹਾਂ ਕੀਤੇ ਹੋਏ ਸਵਾਸਾਂ ਦੀ ਬਦੌਲਤ ਸਾਨੂੰ ਨਾਮ ਧਨ ਮਿਲਦਾ ਅੰਦਰੋਂ। ਹੁਣ ਜੇਕਰ ਕੋਈ ਗੁਰਮੁਖ ਤੁਹਾਨੂੰ ਕਹਵੇ ਕਿ ਜੀ ਨਾਮ ਨਾ ਸੁਣਿਓ, ਤੁਸੀਂ ਬਿਲਕੁਲ ਅਫੁਰ ਨਹੀਂ ਹੋਏ। ਕਈ ਵਾਰੀ ਕੀ ਹੁੰਦਾ ਆ ਕਿ ਜਿਉਂ-ਜਿਉਂ ਤੁਸੀਂ ਅਭਿਆਸ ਕਰਦੇ ਆ, ਨਾਮ ਅੰਦਰੋਂ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਆ, ਉਦੋਂ ਵੀ ਵਿੱਚ ਫੁਰਨੇ ਆ ਸਕਦੇ ਆ, ਕਿਉਂਕਿ ਮਹਾਰਾਜ ਕਹਿੰਦੇ ਮਾਇਆ ਮੋਹ ਹੈ ਦੇਵੀ ਸਭ ਦੇਵਾ। ਕਈ ਵਾਰੀ ਜ਼ਰੂਰੀ ਨਹੀਂ ਕਿ ਐਨ ਪਰਫੈਕਟ ਹੋ ਜਾਣਾ ਪਹਿਲੀ ਸਟੇਜ 'ਤੇ ਅਤੇ ਫਿਰ ਹੀ ਦੂਜੀ ਸਟੇਜ ਨੂੰ ਪਕੜਨਾ। ਕਈ ਵਾਰੀ ਕੀ ਹੁੰਦਾ ਹੈ ਕਿ ਗੁਰਮੰਤਰ ਦਾ ਅਭਿਆਸ ਕਰਦੇ ਸਾਡਾ ਅਨਹਦ ਸ਼ਬਦ ਚੱਲਣ ਲੱਗ ਪੈਂਦੇ, ਸਾਡਾ ਫਿਰ ਅਨਹਦ ਸ਼ਬਦਾਂ ਨੂੰ ਸੁਣਦਾ ਹੋਰ ਵੀ ਨਿਰਮਲ ਹੋ ਜਾਂਦਾ। ਆਖਿਰਕਾਰ ਮਹਾਰਾਜ ਨੇ ਫਿਰ ਸਾਨੂੰ ਕਿਹਾ ਹੋਇਆ ਕਿ ਅਸੀਂ ਉਸ ਪੁਆਇੰਟ 'ਤੇ ਪਹੁੰਚਣਾ ਜਿੱਥੇ ਅਸੀਂ ਸਤਿਗੁਰ ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ। ਅਤੇ ਮਹਾਰਾਜ ਕਹਿੰਦੇ ਆ ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਾਸਾ ਆਵੇ, ਨਦਰੀ ਮਨ ਨਿਰਮਲ ਹੋਏ। ਕਿ ਇੱਥੇ ਤਾਂ ਫਿਰ ਮਹਾਰਾਜ ਨੇ ਕਹਿ ਦਿੱਤਾ ਕਿ ਨਜ਼ਰਾਂ ਦੁਆਰਾ ਜਦੋਂ ਅਸੀਂ ਸਤਿਗੁਰ ਪਰਮਾਤਮਾ ਦੇ ਪ੍ਰਕਾਸ਼ ਰੂਪ ਧਿਆਨ ਧਰਦੇ ਹਾਂ, ਉਹਨਾਂ ਦੇ ਸੇਵਾ ਕਰਦੇ ਹਾਂ ਆਪਣੇ ਦ੍ਰਿਸ਼ਟੀ ਦੁਆਰਾ, ਉਹਨਾਂ ਨੂੰ ਵੇਖ ਵੇਖ ਕੇ, ਕਹਿੰਦੇ ਉਹ ਮਨ ਜਿਹੜਾ ਸਾਡਾ ਵਸ ਆ ਜਾਂਦਾ, ਨਿਰਮਲ ਹੋ ਜਾਂਦਾ। ਇਹਦਾ ਮਤਲਬ ਕਿ ਜੇ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਫੁਰਨੇ ਘਟਣਗੇ ਜ਼ਰੂਰ, ਸਾਨੂੰ ਭਾਵੇਂ ਕਈ ਵਾਰੀ ਨਹੀਂ ਵੀ ਪਤਾ ਲੱਗਦਾ। ਫਿਰ ਜਦੋਂ ਅਗਲੀ ਸਟੈਪ ਆਉਂਦੀ ਅਨਹਦ ਸ਼ਬਦਾਂ ਨੂੰ ਸੁਣਦੇ ਫਿਰ ਹੋਰ ਵੀ ਘਟ ਜਾਣਗੇ। ਜਦੋਂ ਸਾਡਾ ਮਨ ਉਸ ਸ਼ਬਦ ਵਿੱਚ ਸਮਾਉਣ ਲੱਗ ਪਿਆ ਅਤੇ ਪ੍ਰਕਾਸ਼ ਦੇ ਸਨਮੁਖ ਹੋਣ ਲੱਗ ਪਿਆ, ਫਿਰ ਪੂਰੀ ਤਰ੍ਹਾਂ ਇਹਨੇ ਵਸ ਆ ਜਾਣਾ। ਸੋ ਇੱਥੇ ਕਦੇ ਢਹਿੰਦੀ ਕਲਾ ਦੇ ਵਿੱਚ ਨਹੀਂ ਜਾਣਾ ਕਿ ਮੇਰੀ ਗੱਲ ਨਹੀਂ ਬਣ ਰਹੀ। ਅਸੀਂ ਸਿਰਫ ਇਹ ਸਟੈਪ ਬਾਈ ਸਟੈਪ ਸੋਚਣਾ ਹੈ ਕਿ ਜਿਸ ਸਟੈਪ 'ਤੇ ਮੈਂ ਅਭਿਆਸ ਕਰ ਰਿਹਾ, ਕੀ ਮੈਂ ਸੁਣ 'ਚ ਸਮਾ ਰਿਹਾ ਜਾਂ ਨਹੀਂ। ਤੁਸੀਂ ਥੋੜ੍ਹੇ ਜਿਹੇ ਵਿਚਾਰ ਕਰ ਲਓ ਇਸ 'ਤੇ। ਇਹਦੇ 'ਤੇ ਮਹਾਰਾਜ ਨੇ ਹੀ ਆਪਾਂ ਨੂੰ ਸਮਝਾਇਆ ਕਿ ਅਸੀਂ ਉਦਮ ਕਰਨਾ। ਮਹਾਰਾਜ ਕਹਿੰਦੇ ਉਦਮ ਕਰਤ ਆਨੰਦ ਭਇਆ, ਸਿਮਰਤ ਸੁਖਸਾਰ। ਫਿਰ ਗੁਰਬਾਣੀ 'ਚ ਮਹਾਰਾਜ ਕਹਿੰਦੇ ਕਲਯੁਗ ਵਿੱਚ ਸਾਰਿਆਂ ਤੋਂ ਉੱਤਮ ਹੈ ਉਦਮ ਕਰਨਾ। ਸਾਰਾ ਖੇਲ ਤਾਂ ਮਾਲਕ ਦਾ ਆਪ ਆ, ਸਾਨੂੰ ਦੇਖ ਵੀ ਰਹੇ ਆ, ਸੁਣ ਵੀ ਰਹੇ ਆ। ਜਦੋਂ ਅਸੀਂ ਇਹਦਾ ਉਦਮ ਕਰਕੇ ਸਿਮਰਨ ਕਰਾਂਗੇ, ਮਹਾਰਾਜ ਕਹਿੰਦੇ ਉਦਮ ਕਰਤ ਆਨੰਦ ਪਿਆ, ਸਿਮਰਤ ਸੁਖਸਾਰ। ਹੁਣ ਅਸੀਂ ਉਦਮ ਵੀ ਕਰਦੇ ਹਾਂ, ਫਿਰ ਫੁਰਨਿਆਂ 'ਚ ਮਨ ਚਲਾ ਜਾਂਦਾ। ਮਹਾਰਾਜ ਨੇ ਆਪਾਂ ਨੂੰ ਫਿਰ ਵਿਧੀ ਸਮਝਾਈ ਕਿ ਜਿਹੜਾ ਪਾਉਣ ਦੇ ਵਿੱਚ ਸਾਡਾ ਮਨ ਮਿਲਦਾ, ਆਵਾਜ਼ ਨੂੰ ਸੁਣਨਾ। ਵਾਹਿਗੁਰੂ ਵਾਹਿਗੁਰੂ ਜੁਗਤ ਅਪਣਾਉਣੇ। ਕਈ ਵਾਰੀ ਆਵਾਜ਼ ਸੁਣਦੇ ਫਿਰ ਮਨ ਪਾਸੇ ਚਲਾ ਜਾਂਦਾ। ਫਿਰ ਆਪਾਂ ਨੂੰ ਦੱਸਿਆ ਪਾਉਣੇ ਬੰਦ ਰਹਾਓ। ਥੋੜ੍ਹਾ ਜਿਹਾ ਜਦੋਂ ਬਾਹਲੇ ਜ਼ਿਆਦਾ ਵਿਚਾਰ ਤੰਗ ਕਰਨਾ, ਥੋੜ੍ਹਾ ਜਿਹਾ ਸਵਾਸ ਰੋਕ ਲਿਆ ਕਰੋ। ਜਦੋਂ ਇੱਦਾਂ ਥੋੜ੍ਹਾ ਅਸੀਂ ਸਵਾਸ ਰੋਕ ਲੈਂਦੇ, ਸਾਡਾ ਫੁਰਨਾ ਬੰਦ ਹੋ ਜਾਂਦਾ। ਫਿਰ ਆਪਣੀ ਆਵਾਜ਼ ਨੂੰ ਅਸੀਂ ਸੁਣਨਾ ਹੁੰਦਾ, ਧੁਨ ਨੂੰ ਸੁਣਨਾ ਹੁੰਦਾ। ਫਿਰ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਹੈ ਜੋ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਭਗਤਾਂ ਨੇ ਕੀਤੀਆਂ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਿਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੇਵ। ਕਿਉਂਕਿ ਇਹ ਪੰਜੇ ਜਾਣੇ ਵਿਚਾਰ ਲੈ ਕੇ ਆਉਂਦੇ। ਜਦੋਂ ਆਪਾਂ ਗੁਰਬਾਣੀ ਦੁਆਰਾ ਸਮਝ ਲੈਂਦੇ ਹਾਂ, ਇਹ ਕਥ ਕਹਾਣੀ ਨੂੰ ਸਮਝਦੇ ਹਾਂ, ਇਹਨੂੰ ਅੰਦਰ ਗਿਆਨ ਨੂੰ ਵਸਾਉਂਦੇ ਹਾਂ, ਫਿਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵਿਚਾਰ ਜਿਹੜੇ ਆ ਰਹੇ ਸਾਨੂੰ ਕੌਣ ਲੈ ਕੇ ਆ ਰਿਹਾ। ਅਸੀਂ ਤਾਂ ਹੁਣ ਗਲਤ ਪਾਸੇ ਤੁਰਨਾ ਨਹੀਂ ਚਾਹੁੰਦੇ, ਕਿਉਂਕਿ ਮਨ ਦਾ ਜਿਹੜਾ ਸੁਭਾਅ ਆ ਉਹ ਵੈਰਾਗੀ ਆ, ਉਹ ਸਤੋਗੁਣੀ ਆ, ਨਿਰਮਲ ਆ। ਲੇਕਿਨ ਜਦੋਂ ਇਹ ਪੰਜਾਂ ਨਾਲ ਮਿਲ ਜਾਂਦਾ ਹੈ, ਇਹ ਅਸ਼ੁੱਧ ਹੋ ਜਾਂਦਾ, ਨਿਖਾਲਸ ਹੋ ਜਾਂਦਾ। ਇਹ ਪੰਜ ਜਾਣੇ ਇਹ ਜਿਹਾ ਫੁਰਨਾ ਲੈ ਕੇ ਆਉਂਦੇ ਆ ਜਿਹੜੇ ਤੋਂ ਅਸੀਂ ਫਿਰ ਦੁਖੀ ਹੋ ਜਾਂਦੇ ਹਾਂ। ਮਹਾਰਾਜ ਕਹਿੰਦੇ ਆ ਪੰਚ ਦੂਤ ਚਿਤਵੇ ਵਿਕਾਰਾ,
ਮਾਇਆ ਮੋਹ ਕਹੇ ਪਸਾਰਾ, ਕਿ ਸਾਰਾ ਹੀ ਮਾਇਆ ਦਾ ਹੈ। ਤੇ ਇਹ ਪੰਜਾਂ ਦੀ ਡਿਊਟੀ ਹੈ ਕਿ ਇਹਨਾਂ ਨੇ ਵਿਚਾਰ ਲੈ ਕੇ ਆਉਣੇ। ਤੇ ਸਾਨੂੰ ਫਿਰ ਉਧਰੋਂ ਮਨ ਨੂੰ ਟ੍ਰੇਨਿੰਗ ਦਿੱਤੀ ਹੈ, ਸਮਝਾਇਆ, ਤਾਂ ਹੀ ਆਪਾਂ ਵਾਰ-ਵਾਰ ਬਾਣੀ ਪੜ੍ਹਦੇ। ਦੋ ਹੀ ਤਰੀਕੇ ਆ ਮਨ ਨੂੰ ਵਸ ਕਰਨ ਦੇ। ਮਹਾਰਾਜ ਕਹਿੰਦੇ ਮਨੁਆ ਕਿਉਂ ਕਰ ਵਸ ਆਵੇ। ਸਾਡੇ ਸਾਰਿਆਂ ਦੀ ਇਹੀ ਹਾਲਤ ਆ, ਸਾਰੇ ਮਨ ਤੋਂ ਦੁਖੀ ਹੈ ਕਿ ਮਨ ਬਹੁਤ ਚਿੰਤਾ ਜਿਹਾ, ਮਨ ਦੇ ਬਹੁਤ ਵਿਚਾਰ ਆ, ਫੁਰਨੇ ਆ। ਤੇ ਮਹਾਰਾਜ ਨੇ ਆਪਾਂ ਨੂੰ ਇਹੀ ਸਮਝਾਇਆ। ਮਹਾਰਾਜ ਕਹਿੰਦੇ ਮਨ ਨੂੰ ਵਸ ਕਰ ਲਓ, ਇਹ ਪੰਜਾਂ ਦੂਤਾਂ ਨੂੰ ਵਸ ਕਰ ਲਓ, ਇੱਕ ਗਿਆਨ ਨੂੰ ਅੰਦਰ ਵਸਾ ਲਓ, ਤੇ ਜਿਹਦੇ ਨਾਲ ਫਿਰ ਤੁਸੀਂ ਇਸ ਖੇਲ ਨੂੰ ਜਿੱਤ ਜਾਓਗੇ। ਫਿਰ ਆਪਾਂ ਨੂੰ ਇਹ ਦੱਸਿਆ ਆ ਕਿ ਮਨ ਨੂੰ ਵਸ ਕਰਨ ਦੇ ਤਰੀਕੇ। ਮਹਾਰਾਜ ਕਹਿੰਦੇ ਮਨੁਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੇ ਗਿਆਨ ਮਤੀ ਘਰ ਆਵੇ। ਗਿਆਨ ਦੀ ਮੱਤ ਜਿਹੜੀ ਆਪਾਂ ਗੁਰਬਾਣੀ ਦੁਆਰਾ ਬ੍ਰਹਮ ਵਿਚਾਰ ਸੁਣਦੇ ਹਾਂ, ਬ੍ਰਹਮ ਵਿਚਾਰ ਕਰਦੇ ਹਾਂ, ਇਹਨੂੰ ਗਿਆਨ ਦੀ ਮੱਤ ਕਿਹਾ। ਇੱਕ ਹੁੰਦਾ ਹੈ ਕਿ ਅਸੀਂ ਪਾਠ ਕਰ ਲਿਆ, ਗੁਟਕਾ ਸਾਹਿਬ ਰੱਖਿਆ, ਤੇ ਫਿਰ ਅਸੀਂ ਭੁੱਲ ਗਏ ਸਾਰਾ ਕੁਛ ਜੋ ਗੁਰਬਾਣੀ ਸਾਨੂੰ ਸਮਝਾਇਆ। ਇੱਕ ਹੁੰਦਾ ਹੈ ਬਾਣੀ ਦੀ ਮੱਤ ਨੂੰ ਨਾਲ ਰੱਖਣਾ। ਜਿਵੇਂ ਕੋਈ ਹੁਣ ਸਿਆਣੇ ਅਸੀਂ ਸੰਸਾਰ 'ਚ ਵਿਚਰਦੇ ਨਾ, ਕਈ ਵਾਰੀ ਹੁੰਦਾ ਹੈ ਕਿ ਸਿਆਣੇ ਕੋਈ ਸਾਨੂੰ ਗੱਲ ਦੱਸਦੇ ਆ, ਅਸੀਂ ਅੱਗੋਂ ਬਹਿਸ ਦੇ ਵਿੱਚ ਪੈ ਜਾਂਦੇ। ਉਹ ਆਪਣੇ ਐਕਸਪੀਰੀਅੰਸ ਮੁਤਾਬਕ ਦੱਸਦੇ ਆ, ਉਹਨਾਂ ਦੀ ਉਮਰ ਹੈ ਇੰਨੀ, ਉਸ ਮੁਤਾਬਕ ਦੱਸਦੇ ਆ ਕਿ ਆਹ ਗੱਲ ਤੇ ਆ ਕੰਮ ਆ, ਸਹੀ ਕੰਮ ਆ। ਪਰ ਕਈ ਜਿਹੜੇ ਮਨ ਜਿੱਦੀ ਹੁੰਦੇ ਉਹ ਅੱਗੋਂ ਬਹਿਸ 'ਚ ਪੈ ਜਾਂਦੇ, ਇਹ ਨਹੀਂ ਕਿ ਉਹ ਗੱਲ ਸੁਣਦੇ। ਇਵੇਂ ਸਾਡੇ ਜਿਹੜੇ ਮਨ ਦੀ ਹਾਲਤ ਆ, ਅਸੀਂ ਕੀ ਵਾਦ ਵਿਵਾਦ 'ਚ ਪੈ ਜਾਂਦੇ ਹਾਂ। ਜੇ ਅਸੀਂ ਬਾਣੀ ਦਾ ਗਿਆਨ ਵੀ ਲੈਂਦੇ ਹਾਂ ਨਾ, ਉਹ ਵੀ ਵਾਦ ਵਿਵਾਦ 'ਚ ਪੈਂਦੇ ਹਾਂ। ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਅਸੀਂ ਜਿਹੜਾ ਪਾਠ ਵੀ ਕਰਦੇ, ਸਹਿਜ ਆਉਣੀ ਬਹੁਤ ਜ਼ਰੂਰੀ ਹੈ ਸਾਡੇ ਵਿੱਚ। ਜਿਹੜਾ ਪੜ੍ਹਦੇ ਹਾਂ, ਕਥਨ ਮਹਾਰਾਜ ਕਹਿੰਦੇ ਕਰਦੇ ਹਾਂ, ਤ੍ਰੈ ਗੁਣਾਂ ਵਿੱਚ ਸਹਿਜ ਨਹੀਂ ਮਿਲਦੀ। ਮਹਾਰਾਜ ਕਹਿੰਦੇ ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਕਿ ਤ੍ਰੈ ਗੁਣਾਂ ਦੇ ਵਿੱਚ ਸਹਿਜ ਨਹੀਂ ਹੈਗੀ, ਇੱਥੇ ਭਰਮ ਹੀ ਆ ਜਿੰਨੇ ਵੀ ਅਸੀਂ ਇੱਥੇ ਵਿਚਰਦੇ ਹਾਂ। ਤੇ ਮਹਾਰਾਜ ਕਹਿੰਦੇ ਆ ਜਦੋਂ ਅਸੀਂ ਤ੍ਰੈ ਗੁਣਾਂ ਤੋਂ ਉੱਪਰ ਮਨ ਜਾਏਗਾ, ਮਹਾਰਾਜ ਕਹਿੰਦੇ ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਪੜ੍ਹੀਏ ਗੁਣੀਏ ਕਿਆ ਕਥੀਏ। ਕਹਿੰਦੇ ਪੜ੍ਹਦੇ ਹਾਂ, ਸੁਣਦੇ ਗੁਣਦੇ ਹਾਂ, ਕਥਦੇ ਵੀ ਹਾਂ, ਜਾਂ ਮੁੱਢੋਂ ਕੁੱਥਾ ਜਾਏ। ਅਸਲੀ ਤਾਂ ਭੇਦ ਲਿਆ ਹੀ ਨਹੀਂ ਅਸੀਂ, ਜਿਹੜਾ ਸਾਨੂੰ ਮੂਲ ਦਾ ਸੱਚ ਦਾ ਭੇਦ ਮਹਾਰਾਜ ਦੇ ਰਹੇ ਆ, ਉਹਨੂੰ ਹੁਣ ਅਸੀਂ ਲੈ ਵੀ ਲਿਆ ਭੇਦ, ਕਥਨ ਵੀ ਕਰ ਰਹੇ, ਲੇਕਿਨ ਜੇ ਅੰਦਰ ਨਹੀਂ ਵਸਿਆ, ਉਸ ਚੀਜ਼ ਨੂੰ ਅਸੀਂ ਆਪ ਨਹੀਂ ਕਰ ਰਹੇ, ਉਹ ਪ੍ਰੈਕਟੀਕਲ ਸਹਿਣਸ਼ੀਲਤਾ ਨਹੀਂ ਅਪਣਾ ਰਹੇ, ਉਸ ਦੇ 'ਤੇ ਅਸੀਂ ਆਪ ਨਹੀਂ ਚੱਲ ਰਹੇ, ਅਭਿਆਸ ਨਹੀਂ ਕਰ ਰਹੇ, ਤੇ ਮਹਾਰਾਜ ਕਹਿੰਦੇ ਫਿਰ ਅਸੀਂ ਮੁੱਢ ਤੋਂ ਤੱਕ ਉੱਠ ਗਏ। ਅਸਲੀ ਜਿਹੜਾ ਮੂਲ ਹੈ ਸਾਡਾ, ਮੁੱਢ ਸਾਡਾ ਕੀ ਆ? ਆਦ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਮਹਾਰਾਜ ਕਹਿੰਦੇ ਉਸ ਮੂਲ ਨੂੰ ਭੁੱਲ ਗਏ। ਮਹਾਰਾਜ ਕਹਿੰਦੇ ਪੜ੍ਹੀਏ ਗੁਣੀਏ ਕਿਆ ਕਥੀਏ, ਜਾਂ ਮੁੱਢੋਂ ਕੁੱਥਾ ਜਾਏ। ਮੁੱਢ ਤਾਂ ਪਤਾ ਹੀ ਨਹੀਂ ਕਿ ਉਹਨੂੰ ਵੀ ਮਿਲਣਾ, ਮਾਲਕ ਨੂੰ ਵੀ। ਫਿਰ ਮਹਾਰਾਜ ਕਹਿੰਦੇ ਸਹਿਜ ਕਿੱਥੇ ਜਾ ਕੇ ਸਾਨੂੰ ਮਿਲਣੀ? ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਹੁਣ ਇੱਕ ਹੈਗਾ ਆ ਜਿਹੜਾ ਸਾਡੇ ਫੁਰਨੇ ਆ ਬਹੁਤ ਜ਼ਿਆਦਾ ਵੱਧਦੇ ਉਦੋਂ ਜਦੋਂ ਅਸੀਂ ਇੱਦਾਂ ਤਰਲੋਕੀ 'ਚ ਇੰਨਾ ਵਿਚਰ ਲਾ ਪੈਂਦੇ ਹਾਂ, ਉੱਥੇ ਹੀ ਉਸਤਤ ਨਿੰਦਾ ਤੁਬਦਾ ਦਵੈਤਾਂ ਵਿੱਚ ਪੈ ਰਹਿੰਦੇ ਹਾਂ। ਫਿਰ ਜਦੋਂ ਅਸੀਂ ਬੈਠ ਕੇ ਅਭਿਆਸ ਕਰਨ ਲੱਗਦੇ ਹਾਂ, ਉਹ ਫਿਰ ਸਾਡੇ ਅੱਗੇ ਜਿਹੜੇ ਨਹੀਂ ਵੀ ਸੋਚਦੇ ਉਹ ਵੀ ਵਿਚਾਰ ਆ ਜਾਂਦੇ। ਸੋ ਇਹ ਤਰੀਕਾ ਮਹਾਰਾਜ ਨੇ ਸਾਨੂੰ ਦੱਸਿਆ ਹੈ, ਆਵਾਜ਼ ਨੂੰ ਸੁਣਨਾ, ਗੁਰੂ ਦੀ ਕਿਰਪਾ ਦੁਆਰਾ ਰੋਕਣਾ ਮਨ ਨੂੰ, ਤੇ ਦੂਜਾ ਗਿਆਨ ਦੀ ਮੱਤ ਦੇਣੀ, ਤੇ ਇਹ ਹਮੇਸ਼ਾ ਅੰਦਰ ਵਸਾ ਕੇ ਰੱਖਣਾ ਗਿਆਨ। ਹਾਂਜੀ, ਤੇ ਇਹ ਜਿਹੜੀਆਂ ਵੱਖ-ਵੱਖ ਜੁਗਤੀਆਂ ਆ, ਜਿਵੇਂ ਇੱਕ ਇਹ ਯੁੱਧ ਆ, ਜੰਗ ਆ, ਲੜਾਈ ਆ, ਘੋਲ ਆ, ਜਿਹੜਾ ਹੋ ਰਿਹਾ ਇਹਨਾਂ ਪੰਜਾਂ ਚੋਰਾਂ ਨਾਲ ਅਸੀਂ ਕਰ ਰਹੇ ਹਾਂ, ਆਪਣੇ ਮਨ ਨਾਲ ਵੀ ਕਰ ਰਹੇ ਹਾਂ। ਮਨ ਨਾਲ ਅਸੀਂ ਲੁੱਝ ਰਹੇ ਹਾਂ, ਇਹਦੇ ਨਾਲ ਲੜਾਈ ਕਰ ਰਹੇ ਹਾਂ ਕਿ ਇਹ ਮਨ ਸਾਡੇ ਅਧੀਨ ਹੋ ਜਾਏ, ਵਾਪਸ ਸਾਡੇ ਸਹੀ ਮਾਰਗ 'ਤੇ ਚੱਲੇ, ਅਧਿਆਤਮਿਕ ਮਾਰਗ 'ਤੇ। ਹੁਣ ਜਿਵੇਂ ਇੱਕ ਕੋਚ ਹੁੰਦਾ ਆ, ਉਹ ਆਪਣੇ ਪਲੇਅਰ ਨੂੰ, ਆਪਣੇ ਰੈਸਲਰ ਨੂੰ ਦਾ ਪੇਚ ਸਿਖਾਉਂਦਾ ਹੁੰਦਾ, ਇੱਦਾਂ ਹੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਾ ਪੇਚ ਸਿਖਾ ਰਿਹਾ, ਜੁਗਤੀਆਂ ਸਿਖਾ ਰਹੇ ਆ, ਜਿਸ ਦੁਆਰਾ ਅਸੀਂ ਇਸ ਪੰਜਾਂ ਦੂਤਾਂ 'ਤੇ ਫਤਿਹ ਪਾ ਸਕਦੇ ਹਾਂ, ਜਿਸ ਦੁਆਰਾ ਅਸੀਂ ਪੰਜਾਂ ਦੂਤਾਂ ਨੂੰ ਜਿੱਤ ਸਕਦੇ ਹਾਂ। ਅਤੇ ਇਹ ਵੱਖ-ਵੱਖ ਫਿਰ ਵਿਧੀਆਂ ਹੁੰਦੀਆਂ ਗੁਰਬਾਣੀ ਦੇ ਵਿੱਚ। ਹੁਣ ਸਾਸਗ੍ਰਹਿ ਸਿਮਰਨ, ਸਾਤ ਸਿਮਰਨ ਕਰਦੇ, ਇਹ ਸਾਡੇ ਪਹਿਲੀਆਂ ਵਿਧੀਆਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਹਾਂ। ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਡਿਪੈਂਡ ਕਰਦਾ ਕਿ ਲਾਈਫ ਦੇ ਵਿੱਚ ਅਸੀਂ ਕਈ ਵਾਰੀ ਕਿਸੇ ਨੇ ਕੋਈ ਸ਼ਬਦ ਦੀ ਚੋਟ ਮਾਰੀ, ਕਈ ਵਾਰੀ ਕਿਸੇ ਨਾਲ ਮਾੜਾ ਜਿਹਾ ਝਗੜਾ ਹੋ ਗਿਆ, ਕਈ ਵਾਰੀ ਸਾਡੇ ਫਿਰ ਫੁਰਨੇ ਬਹੁਤ ਵੱਧ ਜਾਂਦੇ ਆ, ਕਈ ਵਾਰੀ ਘੱਟ ਜਾਂਦੇ ਆ, ਕਈ ਵਾਰੀ ਮਨ ਖੁਸ਼ ਹੁੰਦਾ। ਇੱਦਾਂ ਹੀ ਮਹਾਰਾਜ ਕਹਿੰਦੇ ਗੁਰਬਾਣੀ ਵਿੱਚ, ਕਬਹੂ ਜਿਹੜਾ ਊਬ ਚੜ੍ਹਦਾ ਹੈ ਕਬੂ ਜਾਏ ਪਿਆਲੇ। ਅਤੇ ਕਦੇ ਅਸੀਂ ਸੈਡ ਹੋ ਜਾਂਦੇ, ਸਾਡਾ ਸੁਭਾਅ ਅਸੀਂ ਇੱਦਾਂ ਮਾਇਆ ਦੇ ਵਿੱਚ ਉੱਪਰ ਥੱਲੇ ਹੁੰਦਾ ਰਹਿੰਦਾ ਸਾਡਾ ਮਨ। ਪਰ ਇਹ ਫਿਰ ਵਿਧੀਆਂ ਦੱਸੀਆਂ ਹੋਈਆਂ ਗੁਰਬਾਣੀ ਦੇ ਵਿੱਚ,
ਜਿਨ੍ਹਾਂ ਦਾ ਇਸਤੇਮਾਲ ਅਸੀਂ ਕਰ ਸਕਦੇ। ਹੁਣ ਜਿਵੇਂ ਸੁਖਵਿੰਦਰ ਕੌਰ ਨੇ ਗੱਲ ਕੀਤੀ ਕਿ ਪਾਉਣ ਨੂੰ ਥੋੜ੍ਹਾ ਜਿਹਾ ਰੋਕ ਕੇ ਉਹਦੇ ਨਾਲ ਫਿਰ ਦੁਬਾਰਾ ਇੱਦਾਂ ਆਪਣਾ ਅਭਿਆਸ ਸ਼ੁਰੂ ਕਰ ਲਓ, ਉਹਦੇ ਨਾਲ ਫੁਰਨੇ ਘੱਟ ਜਾਂਦੇ ਆ। ਕਈ ਵਾਰੀ ਕੀ ਹੁੰਦਾ, ਜਿਵੇਂ ਕਿ ਪਰਾਗ ਤੇ ਇਸ਼ਨਾਨ ਕਰਨ ਦੀ ਵਿਧੀ ਦਾ ਪਹਿਲਾਂ ਗੱਲ ਕੀਤੀ, ਇਹਦੇ ਨਾਲ ਸਾਡੀਆਂ ਨਾਸਕਾਂ ਸਮ ਹੋ ਜਾਂਦੀਆਂ। ਹੁਣ ਇਹ ਸਾਡੀ ਮਿਹਨਤ 'ਤੇ ਮਨਸਰ ਹੈ ਕਿ ਕਿੰਨਾ ਅਸੀਂ ਪਹਿਰਾ ਦੇਣਾ ਚਾਹੁੰਦੇ ਹਾਂ, ਅਤੇ ਜੇ ਅਸੀਂ ਆਪਣੇ ਇਹਨਾਂ ਨਾਸਕਾਂ ਨੂੰ ਸਮ ਹੀ ਰੱਖਦੇ ਹਾਂ ਜਿੱਦਾਂ ਗੁਰਮੁਖ ਕਰਦੇ ਹੁੰਦੇ ਆ, ਉਸ ਵੇਲੇ ਇਹ ਦਰ ਜਿਹੜਾ ਸਾਡਾ ਖੁੱਲ੍ਹਾ ਹੁੰਦਾ। ਜਦੋਂ ਇਹ ਦੋਨੋਂ ਸਾਡੀਆਂ ਨਾਸਕਾਂ ਬਿਲਕੁਲ ਬਰਾਬਰ ਹੁੰਦੀਆਂ ਫਿਰ ਫੁਰਨੇ ਬਹੁਤ ਘੱਟ ਆਉਂਦੇ ਆ। ਅਤੇ ਇੱਕ ਹੋਰ ਨੋਟ ਕਰਨੀ ਸਾਰੇ ਗੁਰਮੁਖਾਂ ਨੇ ਗੱਲ ਕਿ ਫੁਰਨਿਆਂ ਨੂੰ ਡੈਡ ਕਰਨ ਦਾ ਇਹ ਨਹੀਂ ਮਤਲਬ ਕਿ ਹਰੇਕ ਫੁਰਨਾ ਡੈਡ ਹੋ ਗਿਆ ਕਿ ਬੰਦਾ ਕੁਛ ਵੀ ਨਾ ਕਰੇ ਦੁਨੀਆ ਦੇ ਵਿੱਚ, ਕੰਮ ਵੀ ਕਰਨੋਂ ਹਟ ਜਾਏ, ਬੈਠਾ ਰਵੇ ਅਤੇ ਇੱਕ ਜਗ੍ਹਾ ਹੀ ਧਿਆਨ ਟਿਕਿਆ ਰਵੇ ਅਤੇ ਸਾਰੇ ਕੰਮਕਾਰ ਪਰਿਵਾਰ ਦੀ ਦੇਖ ਸੰਭਾਲ ਵੀ ਛੱਡ ਦੇਵੇ। ਐਸਾ ਨਹੀਂ ਮਹਾਰਾਜ ਨੇ ਸਿਖਾਇਆ। ਮਹਾਰਾਜ ਨੇ ਸਾਨੂੰ ਕਿਹਾ ਹੋਇਆ ਸਮਦ੍ਰਿਸ਼ਟ ਰਹਿਣਾ। ਮਹਾਰਾਜ ਨੇ ਇਹੀ ਕਿਹਾ ਕਿ ਇਹਨਾਂ ਪੰਜਾਂ ਨੂੰ ਜਿੱਤਣਾ ਅਤੇ ਇਹ 5 ਚੋਰਾਂ ਦੇ ਜਿਹੜੇ ਫੁਰਨੇ ਆ ਇਹ ਰੋਕਣੇ ਆ। ਇਹਨਾਂ ਨੂੰ ਅਸੀਂ ਆਪਣੇ ਅਧੀਨ ਰੱਖਣਾ। ਜੇਕਰ ਅਸੀਂ ਇਹਨਾਂ ਨੂੰ ਆਪਣੇ ਅਧੀਨ ਰੱਖਿਆ, ਇਹ ਸਾਡੇ ਲਈ ਬਣਨਗੀਆਂ ਸ਼ਕਤੀਆਂ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ ਸੰਸਾਰ ਵਿੱਚ ਪ੍ਰੋਡਕਟਿਵਲੀ। ਜਿੱਥੇ ਇਹਨਾਂ ਦੀ ਲੋੜ ਆ, ਜਿਵੇਂ ਕ੍ਰੋਧ ਆ, ਜਿੱਥੇ ਜਾ ਕੇ ਸਾਨੂੰ ਕ੍ਰੋਧ ਦਾ ਵੀਰ ਰਸ ਦੇ ਵਿੱਚ ਕ੍ਰੋਧ ਦਾ ਇਸਤੇਮਾਲ ਕਰਨਾ ਹੈ, ਇਹ ਸਾਡੇ ਲਈ ਇੱਕ ਪਾਵਰ ਬਣ ਜਾਂਦੀ ਹੈ, ਸਾਡੇ ਕੰਟਰੋਲ 'ਚ ਹੁੰਦੀ ਹੈ। ਸੋ ਇਹ ਜਿਹੜੇ ਫੁਰਨੇ ਅਸੀਂ ਰੋਕ ਰਹੇ ਹਾਂ, ਇਹੀ 5 ਦੂਤਾਂ ਨੂੰ ਹੀ ਵਸ ਕਰ ਰਹੇ ਹਾਂ ਕਿ 5 ਚੋਰਾਂ ਦੇ ਫੁਰਨੇ ਨਾ ਆਉਣ ਸਾਨੂੰ। ਇਹ ਨਹੀਂ ਕਿ ਰਜੋਗੁਣ 'ਤੇ ਆ ਗਿਆ ਕੋਈ ਵਿਚਾਰ ਕਿ ਰਜੋਗੁਣ ਦੇ ਕੋਈ ਵਿਚਾਰ ਨਹੀਂ ਕਰਨੇ। ਹੁਣ ਪਰਿਵਾਰ ਨੂੰ ਵੀ ਪਾਲਣਾ ਆ, ਆਪਣੇ ਆਪ ਨੂੰ ਵੀ ਇੱਥੇ ਦੁਨੀਆ 'ਚ ਰੱਖਣਾ ਆ ਕਿ ਅਸੀਂ ਸਮਦ੍ਰਿਸ਼ਟ ਰਹਿ ਕੇ ਕੰਮਕਾਰ ਵੀ ਆਪਣਾ ਕਰੀਏ। ਅਤੇ ਇਸ ਤਰੀਕੇ ਨਾਲ ਫੁਰਨੇ ਅਸੀਂ ਰੋਕਣੇ ਸਿਰਫ 5 ਦੇ। ਹਾਂਜੀ, ਇਹੀ ਆਪਾਂ ਨੂੰ ਫਿਰ ਗੁਰਬਾਣੀ ਸਮਝਾਇਆ ਹੈ ਕਿ ਜੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਤ੍ਰੈ ਗੁਣਾਂ ਦਾ ਖੇਲ ਵੀ, ਜਿਵੇਂ ਗੁਰਮੁਖ ਦੱਸ ਰਹੇ ਸੀ ਕਿ ਤ੍ਰੈ ਗੁਣਾਂ ਦੇ ਵਿੱਚ ਵਿਚਰਦਿਆਂ ਹੋਇਆਂ ਲੇਕਿਨ ਤ੍ਰੈ ਗੁਣਾਂ ਦੇ ਵਿੱਚ ਵੱਜ ਨਹੀਂ ਜਾਣਾ, ਤ੍ਰੈ ਗੁਣਾਂ ਤੋਂ ਅਤੀਤ ਰਹਿਣਾ, ਮਾਇਆ ਦੇ ਵਿੱਚ ਵਿਚਰਦੇ। ਤਾਂ ਮਾਰੇ ਕਹਿੰਦੇ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਮਾਇਆ ਦੇ ਵਿੱਚ ਤਾਂ ਰਹਿਣਾ, ਕਿਉਂਕਿ ਖੇਲ ਮਾਰੇ ਨੇ ਇੱਕ ਬਣਾਇਆ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਕਿ ਇਹ ਮਾਇਆ ਨੂੰ ਆਗਿਆ ਦਿੱਤੀ ਹੋਈ ਹੈ। ਸਾਰਾ ਖੇਲ ਮਾਇਆ ਦਾ ਹੀ ਪਸਾਰਾ ਹੈ ਜਿਹਦੇ ਵਿੱਚ ਅਸੀਂ ਖੇਲ ਰਹੇ ਹਾਂ। ਇੱਥੇ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ, ਫਿਰ ਜਿਹੜੇ ਤ੍ਰੈ ਗੁਣਾਂ ਦੀਆਂ ਮਹਾਰਾਜ ਨੇ ਸਾਨੂੰ ਚੀਜ਼ਾਂ ਦਿੱਤੀਆਂ, ਜਿਹੜੇ ਤਨ ਵਾਸ ਤੱਕ ਸੀਮਤ ਹੈ ਅਸੀਂ। ਮਹਾਰਾਜ ਕਹਿੰਦੇ ਫਿਰ ਰਸਨਾ ਦੁਆਰਾ ਉਸ ਮਾਲਕ ਦਾ ਨਾਮ ਵੀ ਜਪੋ, ਜਿਹੜੇ ਕਿਰਪਾ ਦੁਆਰਾ ਮਹਾਰਾਜ ਨੇ ਤੁਹਾਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਆ, ਜਿਸ ਮਾਲਕ ਨੇ ਤੁਹਾਨੂੰ ਤਨ ਨੂੰ ਲਾਉਣ ਲਈ ਸੁਗੰਧਤ ਦਿੱਤੀ, ਸਾਰਾ ਕੁਛ ਮਹਾਰਾਜ ਦੇ ਬਖਸ਼ਿਆ ਹੋਇਆ ਹੈ। ਇੱਦਾਂ ਹੀ ਫਿਰ ਮਹਾਰਾਜ ਨੇ ਦੱਸਿਆ ਆ ਕਿ ਉਸ ਮਾਲਕ ਨੂੰ ਹਰ ਵਕਤ ਆਪਣੇ ਅੰਦਰ ਧਿਆਓ। ਅਤੇ ਫਿਰ ਮਹਾਰਾਜ ਨੇ ਦੱਸਿਆ ਰਸਨਾ ਦੁਆਰਾ ਉਹਨੂੰ ਜਪੋ। ਮਹਾਰਾਜ ਕਹਿੰਦੇ ਆ ਸੁਖਮਨੀ ਸਾਹਿਬ, ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੀ, ਕਿ ਉਸ ਮਾਲਕ ਨੂੰ ਹਮੇਸ਼ਾ ਹੀ ਰੱਖੋ ਅੱਗੇ। ਜਦੋਂ ਹੁਣ ਆਪਾਂ ਸਵੇਰੇ ਵੀ ਇੱਧਰ ਉੱਠ ਕੇ ਆਉਣੇ ਆ, ਆਪਾਂ ਨੂੰ ਜਿਉਂ ਹੀ ਕਰਮ ਨਾਲ ਬੱਝ ਜਾਂਦੇ ਆ, ਫਿਰ ਇਹ ਸਾਰਾ ਖੇਲ ਚੱਲਦਾ। ਇਹਦਾ ਮਹਾਰਾਜ ਨੇ ਸਾਨੂੰ ਨਾਲ ਅਸੀਂ ਪਾਠ ਹਿੱਸੇ ਲਈ ਕਰਦੇ ਹਾਂ, ਸਿਮਰਨ ਕਰਦੇ ਹਾਂ ਕਿ ਜਿਹੜਾ ਸਾਡਾ ਮਨ ਆ ਇਹਦਾ ਸੰਤੁਲਨ ਠੀਕ ਰਵੇ। ਅਤੇ ਮਹਾਰਾਜ ਨੇ ਫਿਰ ਆਪਾਂ ਨੂੰ ਸਮਝਾਇਆ ਆ ਕਿ ਮਾਲਕ ਨੂੰ ਹਮੇਸ਼ਾ ਹੀ ਯਾਦ ਰੱਖਣਾ ਹੈ, ਜਿਹੜਾ ਸਾਨੂੰ 36 ਪ੍ਰਕਾਰ ਦੇ ਭੋਜਨ ਦੇ ਰਿਹਾ ਹੈ। ਜੈ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਫਿਰ ਮਹਾਰਾਜ ਨੇ ਸਰੀਰ ਦਾ, ਤਨ ਦਾ ਦੱਸ ਦਿੱਤਾ ਕਿ ਜਿਹਦੇ ਕਿਰਪਾ ਦੁਆਰਾ ਤੂੰ ਤਨ ਤੇ ਸੁਗੰਧਾ ਲਾਉਣਾ ਆ, ਉਸ ਮਾਲਕ ਨੂੰ ਹਮੇਸ਼ਾ ਹੀ ਯਾਦ ਰੱਖ। ਇਸੇ ਗਿਆਨ ਨੂੰ ਫਿਰ ਅਸੀਂ ਅੰਦਰ ਵਸਾਉਣਾ ਹੁੰਦਾ। ਇੱਦਾਂ ਹੀ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਤੁਸੀਂ ਫਿਰ 8 ਪਹਿਰ ਰਸਨਾ ਦੁਆਰਾ ਉਹਦਾ ਸਿਮਰਨ ਕਰਨਾ। ਮਹਾਰਾਜ ਨੇ ਜੋ ਆਪਾਂ ਨੂੰ ਗਿਆਨ ਦਿੱਤਾ ਹੈ, ਜੈ ਪ੍ਰਸਾਦ ਗ੍ਰਹਿ ਸੁਖ ਬਸਨਾ 8 ਪਹਿਰ ਸਿਮਰੋ ਤਿਸ ਰਸਨਾ। ਹੁਣ ਅਸੀਂ 8 ਪਹਿਰ ਤਾਂ ਜਪਦੇ ਹੀ ਨਹੀਂ। ਜੋ ਗਿਆਨ ਮਹਾਰਾਜ ਨੇ ਦਿੱਤਾ, ਜਦੋਂ ਵੀ ਯਾਦ ਆ ਜੇ ਹਮੇਸ਼ਾ ਹੀ ਮਾਲਕ ਦਾ ਨਾਮ ਜਪਣਾ ਹੈ, ਕਰਮ ਦੇ ਨਾਲ ਨਾਲ ਮਾਲਕ ਨੂੰ ਯਾਦ ਰੱਖਣਾ ਹੈ। ਇਸੇ ਤਰੀਕੇ ਨਾਲ ਫਿਰ ਮਹਾਰਾਜ ਨੇ ਦੱਸਿਆ ਆ ਕਿ ਜੋ ਆਪਾਂ ਨੂੰ ਫਿਰ ਅੰਦਰੂਨੀ ਗਿਆਨ ਦਿੱਤਾ ਮਹਾਰਾਜ ਨੇ, ਕਿ ਜਿਹਦੀ ਕਿਰਪਾ ਦੁਆਰਾ ਇਹਨਾਂ ਕੰਨਾਂ ਦੁਆਰਾ ਅਸੀਂ ਨਾਦ ਸੁਣਦੇ ਹਾਂ, ਬਿਸਮਾਦ ਨੂੰ ਦੇਖਦੇ ਆ। ਇਹ ਫਿਰ ਸਾਨੂੰ ਚੌਥੇ ਪਦ ਦਾ ਦੱਸ ਦਿੱਤਾ ਮਹਾਰਾਜ ਨੇ, ਜੈ ਪ੍ਰਸਾਦ ਸੁਣੇ ਕਰਨ ਨਾਦ, ਜੈ ਪ੍ਰਸਾਦ ਭੇਖੇ ਬਿਸਮਾਦ, ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ। ਇਸ ਕਰਕੇ ਮਹਾਰਾਜ ਕਹਿੰਦੇ ਕਿ ਹਮੇਸ਼ਾ ਹੀ ਇਸ ਗਿਆਨ ਨੂੰ ਅਸੀਂ ਨਾਲ ਰੱਖਣਾ ਹੈ ਕਿ ਸਾਰਾ ਕੁਛ ਕਿਹਦਾ ਖੇਲ ਆ, ਪਰਮਾਤਮਾ ਦਾ। ਉਹਦੀ ਕਿਰਪਾ ਦੁਆਰਾ ਹੀ ਸਾਰਾ ਕੁਛ ਹੋ ਰਿਹਾ ਹੈ। ਉਹਨੂੰ ਮਾਲਕ ਨੂੰ ਰਸਨਾ ਦੁਆਰਾ ਜਪੀ ਜਾਣਾ।
ਤੇ ਜਦੋਂ ਅਸੀਂ ਤਾਂ ਉਦਮ ਕਰੀ ਜਾਵਾਂਗੇ, ਕੋਸ਼ਿਸ਼ ਕਰੀ ਜਾਵਾਂਗੇ, ਤੇ ਵਾਹਿਗੁਰੂ ਕਿਰਪਾ ਕਰਦੇ ਸਾਨੂੰ ਸੁਣਦੇ ਵੀ ਤੇ ਦੇਖਦੇ ਵੀ ਨੇ। ਤਾਂ ਹੀ ਸਤਸੰਗਤ ਨੂੰ ਸਕੂਲ ਕਿਹਾ ਹੋਇਆ। ਮਹਾਰਾਜ ਕਹਿੰਦੇ ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਤੇ ਹਰੀ ਦੇ ਗੁਣ ਸਿੱਖੇ ਜਾਂਦੇ ਆ। ਇੱਥੇ ਉਹ ਦਾ ਪੇਚ ਵੀ ਸਿਖਾਏ ਜਾਂਦੇ ਆ, ਜਿੱਥੇ ਅਸੀਂ ਪੰਜਾਂ ਦੂਤਾਂ ਨੂੰ ਬੀਟ ਕਰ ਸਕਦੇ ਹਾਂ। ਘੋਲ ਦੇ ਵਿੱਚ ਅਸੀਂ ਪੰਜਾਂ ਦੂਤਾਂ ਨੂੰ ਫਤਿਹ ਕਰ ਸਕਦੇ ਹਾਂ। ਕਈ ਜਿਹੜੇ ਟੌਪਿਕ ਆ ਅਸੀਂ ਦੁਬਾਰਾ ਰਿਪੀਟ ਕਰਦੇ ਹੁੰਦੇ ਆ, ਕਿਉਂਕਿ ਇੱਕ ਹੁੰਦਾ ਹੈ ਕਿ ਬੇਸ ਜਿਹੜੀ ਕਥਾ ਹੁੰਦੀ ਆ ਕਿ ਕਿਵੇਂ ਬ੍ਰਹਿਮੰਡ ਬਣਿਆ। ਹੁਣ ਗੁਰਬਾਣੀ ਦੇ ਵਿੱਚ ਬ੍ਰਹਮ ਦੇ ਗਿਆਨ ਦੇ ਨਾਲ ਨਾਲ ਸਾਨੂੰ ਵਿਗਿਆਨ ਵੀ ਦੱਸਿਆ ਹੋਇਆ। ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਕਿ ਇਹ ਜਿਹੜਾ ਬ੍ਰਹਿਮੰਡ ਆ ਇਹ ਬਣਿਆ ਹੋਇਆ ਨਾਮ ਦੁਆਰਾ, ਅਤੇ ਨਾਮ ਦੇ ਆਸਰੇ ਦੁਆਰਾ ਇਹ ਸਾਰੇ ਆਕਾਰ ਖੜੇ ਨੇ। ਅਤੇ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਉਹ ਨਾਮ ਦੁਆਰਾ, ਜਿਵੇਂ ਗੁਰਮੁਖ ਵਿਚਾਰ ਕਰ ਰਹੇ ਸੀ, ਸਾਡੇ ਸਰਵਣਾ ਦੁਆਰਾ ਅਸੀਂ ਉਹ ਨਾਮ ਨੂੰ ਸੁਣ ਸਕਦੇ ਹਾਂ, ਸਾਡਾ ਉਧਾਰ ਹੁੰਦਾ ਹੈ। ਇਹਦਾ ਮਤਲਬ ਨਾਮ ਜਿਹੜਾ ਸੁਣਾਈ ਦਿੰਦਾ ਹੈ। ਫਿਰ ਗੁਰਬਾਣੀ ਦੇ ਵਿੱਚ ਸਾਇੰਸ ਬੜੀ ਬਰੀਕੀ ਨਾਲ ਵੀ ਸਮਝਾਈ ਹੋਈ ਹੈ, ਅਤੇ ਬੜੇ ਜਨਰਲ ਤੌਰ 'ਤੇ ਵੀ ਮਹਾਰਾਜ ਨੇ ਮੈਕਰੋ ਲੈਵਲ 'ਤੇ ਵੀ ਦੱਸਿਆ ਹੋਇਆ। ਜਿਵੇਂ ਕਿ ਪੰਜਾਂ ਤੱਤਾਂ ਦੀ ਗੱਲ ਆਉਂਦੀ ਹੈ, ਪੰਜਾਂ ਤੱਤਾਂ ਦੀ ਗੱਲ ਕੀਤੀ ਹੋਈ ਮਹਾਰਾਜ ਨੇ। ਫਿਰ ਗੁਰਬਾਣੀ 'ਚ ਮਹਾਰਾਜ ਨੇ ਕਿਹਾ 5 25 ਮੋਹ ਮਦ ਮਤਸਰ, ਕਿ ਪੰਜਾਂ ਤੋਂ ਫਿਰ 25 ਤੱਤ ਪ੍ਰਗਟ ਹੁੰਦੇ ਆ। ਉਹ ਕਿਹੜੇ ਆ? ਉਹ ਫਿਰ ਤੁਸੀਂ ਤਾਂ ਖੋਜ ਕਰ ਸਕਦੇ ਹੋ, ਸਾਡੇ ਸਰੀਰ ਦੇ ਵਿੱਚ ਹੀ ਆ। ਫਿਰ ਜਿੱਥੇ ਮਹਾਰਾਜ ਗੱਲ ਕਰਦੇ ਹੋਰ ਬਰੀਕੀ ਨਾਲ, ਉਹ ਕਰਦੇ ਆ ਕਿ ਜੇਕਰ ਅਸੀਂ ਆਪਣਾ ਆਕਾਰ ਹੀ ਘਟਾ ਲਈਏ ਪਰਮਾਣੂ ਜਿੰਨਾ, ਉੱਥੇ ਐਟਮ ਕਿਹਾ, ਪਰਮਾਣੂ ਐਟਮ ਨੂੰ ਕਹਿੰਦੇ, ਐਟਮ ਦੀ ਗੱਲ ਕੀਤੀ ਹੋਈ ਆ। ਸੋ ਲਾਈਕ ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਸਾਇੰਸ ਆ। ਫਿਰ ਕਹਿੰਦੇ ਕਿ ਜੇ ਤੁਸੀਂ ਆਪਣਾ ਆਕਾਰ ਇੰਨਾ ਘਟਾ ਸਕਦੇ, ਤੁਸੀਂ ਦੂਰ ਦੂਰ ਜਾ ਸਕਦੇ ਆ। ਪਰ ਕਹਿੰਦੇ ਫਿਰ ਵੀ ਭਾਵੇਂ ਇੰਨੀ ਸ਼ਕਤੀ ਨਾਲ ਤੁਸੀਂ ਇਸਤੇਮਾਲ ਕਰਕੇ ਦੂਰ ਦੂਰ ਤੇਜ਼ ਤੇਜ਼ ਜਾਓ, ਅੱਖ ਦੇ ਝਮਕਣ ਦੇ ਦੇਰ ਦੇ ਵਿੱਚ ਹੀ, ਕਹਿੰਦੇ ਫਿਰ ਵੀ ਸਾਧੂ ਦੀ ਸੰਗਤ ਤੋਂ ਬਗੈਰ ਕੁਛ ਨਹੀਂ। ਮਹਾਰਾਜ ਨੇ ਫਿਰ ਸਾਨੂੰ ਨਾਲ ਨਾਲ ਇਹਦਾ ਸਾਇੰਸ ਦੇ ਵੀ ਹਿੰਟ ਸਾਰੇ ਦਿੱਤੇ ਹੋਏ ਆ, ਦੱਸਿਆ ਹੋਇਆ। ਫਿਰ ਮਹਾਰਾਜ ਕਹਿੰਦੇ ਕਿ ਬ੍ਰਹਿਮੰਡ ਬਣਿਆ। ਮਹਾਰਾਜ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਕਿ ਕਰੋੜਾਂ ਹੀ ਬ੍ਰਹਿਮੰਡ ਆ। ਫਿਰ ਮਹਾਰਾਜ ਕਹਿੰਦੇ ਕਿ ਵਾਰ-ਵਾਰ ਪਸਾਰਾ ਮਹਾਰਾਜ ਨੇ ਕੀਤਾ ਹੋਇਆ। ਇਹ ਫਿਰ ਨਾਲ ਦੱਸਿਆ ਹੋਇਆ ਕਿ ਇੱਥੇ ਕਿੰਨੇ ਬ੍ਰਹਮੇ ਵਿਸ਼ਨ ਮਹੇਸ਼ ਹੋ ਚੁੱਕੇ ਆ, ਕਿੰਨੇ ਅਵਤਾਰ ਹੋਏ ਆ। ਅਤੇ ਜੇ ਉਹਨਾਂ ਦੇ ਰਿਪੀਟ ਵਰਜ਼ਨ ਆਉਂਦੀ ਆ, ਅਸੀਂ ਵਿਚਾਰ ਕਰ ਸਕਦੇ ਜਿਹੜੇ ਅਸੀਂ ਆਮ ਜੀਵ ਆ, ਸਾਡੇ ਹੋ ਸਕਦਾ ਅਨੇਕਾਂ ਕਾਪੀਆਂ ਹੋਰ ਹੋਣ ਕਈ ਬ੍ਰਹਿਮੰਡਾਂ ਦੇ ਵਿੱਚ। ਅਤੇ ਸਾਡੇ ਇੱਕ ਇੱਕ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਕਿ ਜੋ ਸਾਡੇ ਇਸ ਬ੍ਰਹਿਮੰਡ ਦੇ ਵਿੱਚ ਸਾਨੂੰ ਦਿਸਦਾ ਉਹ ਸਾਡੇ ਸਰੀਰ ਦੇ ਵਿੱਚ ਵੀ ਆ। ਇੰਨੀ ਸਾਇੰਸ ਡੂੰਘਾਈ ਦੇ ਵਿੱਚ ਦੱਸੀ। ਇੱਥੇ ਤਾਂ ਮਲਟੀਪਲ ਯੂਨੀਵਰਸਿਸ ਦੀ ਵੀ ਗੱਲ ਕੀਤੀ ਹੋਈ ਹੈ ਗੁਰਬਾਣੀ ਦੇ ਵਿੱਚ। ਅਸੀਂ ਇੱਕ ਹੀ ਬ੍ਰਹਿਮੰਡ ਦੀ ਕਈ ਵਾਰੀ ਗੱਲ ਕਰਦੇ ਰਹਿੰਦੇ, ਮਹਾਰਾਜ ਦਾ ਕੋਟ ਬ੍ਰਹਿਮੰਡਾਂ ਦੀ ਗੱਲ ਕਰਦੇ। ਸੁਖਮਨੀ ਸਾਹਿਬ ਦੇ ਵਿੱਚ ਵੀ ਦੱਸਿਆ ਹੋਇਆ ਕਿ ਅਨੇਕਾਂ ਹੀ ਬ੍ਰਹਿਮੰਡ ਆ। ਉਹ ਅਸੀਂ ਤਾਂ ਖੋਜ ਕਰ ਸਕਦੇ ਬਹੁਤ ਵਿਸਤਾਰ ਦੇ ਨਾਲ। ਜਦੋਂ ਅਸੀਂ ਫਿਰ ਗੁਰਬਾਣੀ ਪੜ੍ਹਦੇ, ਤਾਂ ਹੀ ਪਿਤਾ ਜੀ ਕਹਿੰਦੇ ਹੁੰਦੇ ਸੀ ਜਦੋਂ ਗੁਰਬਾਣੀ ਪੜ੍ਹਦਾ ਮਨ ਖੋਜ ਕਰਦਾ ਆ, ਅਤੇ ਕਈ ਵਾਰੀ ਜੀਅ ਨਹੀਂ ਕਰਦਾ ਕਿ ਕਿਸੇ ਦੀ ਹੋਰ ਗੱਲ ਵੀ ਸੁਣੀਏ। ਜੇ ਅਗਲਾ ਕੋਈ ਬੋਲਣ ਲੱਗ ਹੱਥ ਹੀ ਖੜਾ ਕਰਦੇ ਕਿ ਚੁੱਪ ਭਾਈ ਮੈਨੂੰ ਲੱਭਣ ਦੇ। ਦਿਲਚਸਪੀ ਨਾਲ ਸਾਡਾ ਮਨ ਖੋਜ ਕਰਨ ਲੱਗ ਪੈਂਦਾ ਹੈ। ਹੁਣ ਇੱਥੇ ਇੱਕ ਸਵਾਲ ਆ ਗਿਆ, ਵਾਹਿਗੁਰੂ ਜੀ, ਅਗਰ ਕੰਨ 'ਚ ਆਵਾਜ਼ਾਂ ਆ ਰਹੀਆਂ ਪਰ ਵਿਚਾਰ ਵੀ ਚੱਲਦੇ ਨੇ ਜੀ, ਨਾਲ ਉਸ ਟਾਈਮ ਕੀ ਕੀਤਾ ਜਾਏ? ਹਾਂਜੀ, ਕਈ ਵਾਰੀ ਹੁੰਦਾ ਕਿ ਜਦੋਂ ਆਪਾਂ ਅਨਾਹ ਸ਼ਬਦ ਵੀ ਸੁਣਦੇ ਹਾਂ, ਫਿਰ ਫੁਰਨੇ ਆ ਰਹੇ ਹੁੰਦੇ, ਵਿਚਾਰ ਆ ਜਾਂਦੇ ਆ। ਉੱਥੇ ਫਿਰ ਮਹਾਰਾਜ ਨੇ ਆਪਾਂ ਨੂੰ ਵਿਧੀ ਦੱਸੀ ਆ। ਅੱਗੇ ਵੀ ਆਪਾਂ ਕਈ ਵਾਰੀ ਵਿਚਾਰ ਕੀਤੀ ਆ। ਮਹਾਰਾਜ ਕਹਿੰਦੇ ਕੀ ਕਰਨਾ ਤੁਸੀਂ? ਮਹਾਰਾਜ ਕਹਿੰਦੇ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬੁਲਾਇਨ। ਕੀ ਕਰਨਾ ਹੁੰਦਾ ਸੀ? ਧਿਆਨ ਉੱਥੇ ਅਨਾਹ ਸ਼ਬਦਾਂ 'ਚ ਰੱਖ ਕੇ, ਜਦੋਂ ਤੁਹਾਨੂੰ ਇੱਦਾਂ ਲੱਗੇ ਕਿ ਫੁਰਨਾ ਆ ਗਿਆ, ਵਿਚਾਰ ਆ ਗਿਆ ਸੀ ਤੇ ਸ਼ਬਦ ਸੁਣ ਰਹੇ ਸੀ, ਫਿਰ ਇੱਧਰੋਂ ਰਸਨਾ ਦੁਆਰਾ ਸਿਮਰਨ ਕਰਨਾ ਹੁੰਦਾ, ਵਾਹਿਗੁਰੂ ਵਾਹਿਗੁਰੂ। ਫਿਰ ਧਿਆਨ ਨਾਮ 'ਚ ਹੀ ਲਾ ਲੈਣਾ, ਕਿ ਜਿਵੇਂ ਹੁਣ ਅਨਾਹ ਸ਼ਬਦ ਸਾਨੂੰ ਪਤਾ ਹੈ ਕਿ ਅਸੀਂ ਸੁਣ ਰਹੇ ਹਾਂ, ਪਰ ਵਿਚਾਰ ਜਦੋਂ ਵੀ ਆਉਂਦਾ ਉਦੋਂ ਫਿਰ ਰਸਨਾ ਦੁਆਰਾ ਨਾਲ ਸਿਮਰਨ ਕਰਨਾ। ਇਹਨੂੰ ਮਹਾਰਾਜ ਕਹਿੰਦੇ ਨਾਮ ਨਿਰੰਜਨ ਨੀਰ ਨਰਾਇਣ। ਫਿਰ ਕੀ ਹੁੰਦਾ ਜਦੋਂ ਅਸੀਂ ਇੱਦਾਂ ਕਰਨ ਲੱਗ ਪੈਂਦੇ, ਫਿਰ ਸਾਡੀ ਰਸਨਾ 'ਤੇ ਰਸ ਆਉਣਾ ਸ਼ੁਰੂ ਹੋ ਜਾਂਦਾ। ਫਿਰ ਉੱਧਰੋਂ ਜਿਹੜੇ ਫੁਰਨੇ ਵਿਚਾਰ ਉਹ ਖਤਮ ਹੋ ਜਾਂਦੇ। ਸੋ ਇਹ ਵਿਧੀ ਅਪਣਾ ਲਿਆ ਕਰੋ ਕਿ ਜਦੋਂ ਧਿਆਨ ਇੱਦਾਂ ਨਾ ਸ਼ਬਦਾਂ 'ਚ ਲਾ ਕੇ ਜਦੋਂ ਇੱਧਰੋਂ ਫੁਰਨਾ ਆਵੇ ਅਤੇ ਫਿਰ ਰਸਨਾ ਦੁਆਰਾ ਰਸਨਾ ਸਿਮਰਤ ਪਾਪ ਬੁਲਾਇਨ, ਫਿਰ ਰਸਨਾ ਦੁਆਰਾ ਸਿਮਰਨ ਕਰ ਲਿਆ ਕਰੋ। ਫਿਰ ਜਦੋਂ ਪੂਰੀ ਤਰ੍ਹਾਂ ਤੁਹਾਡਾ ਇੱਦਾਂ ਧਿਆਨ ਟਿਕ ਜਾਣਾ ਸ਼ਬਦਾਂ 'ਚ, ਫਿਰ ਰਸਨਾ ਤੋਂ ਸਿਮਰਨ ਬੰਦ ਕਰ ਦੇਣਾ, ਫਿਰ ਸਿਰਫ ਧਿਆਨ ਉੱਧਰ ਲੈ ਜਾਣਾ। ਜੇ ਵਿਚਾਰ ਆਵੇ ਤਾਂ ਨਾਲ ਫਿਰ ਸਿਮਰਨ ਕਰ ਲੈਣਾ, ਅਤੇ ਜਦੋਂ ਵਿਚਾਰ ਖਤਮ ਹੋ ਜਾਏ ਫਿਰ ਪੂਰਾ ਧਿਆਨ ਅਨਹਦ ਸ਼ਬਦ 'ਚ ਲਾ ਲੈਣਾ। ਇਹ ਉਦੋਂ ਜਦੋਂ ਤੁਸੀਂ ਬੈਠ ਕੇ ਭਗਤੀ ਕਰਦੇ ਹੋ, ਤੁਰਦਿਆਂ ਫਿਰਦਿਆਂ ਤਾਂ ਫਿਰ ਸਮਦ੍ਰਿਸ਼ਟ ਰਹਿਣਾ ਹੁੰਦਾ। ਸੋ ਲੱਗਦਾ ਅੱਜ
ਇੱਥੇ ਸਮਾਪਤੀ ਕਰ ਲੈਂਦੇ ਹਾਂ, 6 ਤਾਂ ਆਲਮੋਸਟ ਵੱਜਣ ਲੱਗਿਆ ਇੱਧਰ ਐਡਮਿੰਟਨ ਦੇ ਟਾਈਮ ਤੇ। ਸੋ ਵਾਂਸ ਅਗੇਨ ਇਸ ਚੈਨਲ ਤੇ ਬਹੁਤ ਵੀਡੀਓ ਤੇ ਆਡੀਓ ਜਿਹੜੇ ਟੌਪਿਕਸ ਹੁੰਦੇ ਕਈ ਵਾਰੀ ਅਸੀਂ ਰਿਪੀਟ ਕਰਦੇ ਆ, ਉਹ ਫਿਰ ਦੁਬਾਰਾ ਨਹੀਂ ਪਾਉਂਦੇ ਹੁੰਦੇ। ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਬੈਲ ਆਈਕਨ ਦਬ ਦਿਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲੇਗਾ। ਤੇ ਕਈ ਜਿਹੜੇ ਵਿਚਾਰ ਕਈ ਵਾਰੀ ਕੋਈ ਰਹਿ ਜਾਂਦੀ ਹੈ ਤੁਸੀਂ ਨਹੀਂ YouTube ਤੇ ਪਾਉਂਦੇ, ਤੁਹਾਨੂੰ ਉਹ ਵੀ ਤੁਸੀਂ ਲਾਈਵ ਸੁਣ ਸਕਦੇ ਆ। ਪਿਤਾ ਜੀ ਦੀਆਂ ਕਥਾ ਜਿਹੜੀ ਆ ਉਹ ਵੀ ਪਿਤਾ ਜੀ ਨੇ ਜਿਹੜੇ ਵਿਚਾਰ ਕੀਤੇ ਉਹ ਵੀ YouTube ਤੇ ਚੈਨਲ ਤੇ ਪਾਈ ਹੋਈ ਆ। ਸਾਡਾ ਜਿਹੜਾ ਵੱਡਾ ਚੈਨਲ ਮੋਗੇ ਵਾਲਾ ਉਹ ਵੀ ਹੈਗਾ, ਗੁਰਦੁਆਰਾ ਪ੍ਰਮਿਲਨ ਕਾ ਚਾਓ, ਉੱਥੋਂ ਵੀ ਤੁਸੀਂ ਸਰਵਣ ਕਰ ਸਕਦੇ ਹੋ ਗੁਰਬਾਣੀ ਵਿਚਾਰ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਦਾਸ ਪਾਸੋਂ ਖਰਵਾਦਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।